फिरत फिरत प्रभु आया, फिरत प्रभु आया, फिरत फिरत प्रभु आया। फिरत फिरत प्रभु आया, फिरत फिरत आया, परिया तो शरणाया। परिया तो शरणाई, परिया तो शरणाई। फिरत फिरत प्रभु आया, फिरत फिरत प्रभु आया। नानक की प्रभु बेनती, नानक की प्रभु बेनती, अपनी भगति लाई। अपनी भगति लाई, अपनी भगति लाई, अपनी भगति लाई। फिरत फिरत प्रभु आया, फिरत फिरत परिया तो शरणाई, परिया तो शरणाई। फिरत फिरत प्रभु आया, फिरत प्रभु आया। नानक की प्रभु बेनती, नानक की प्रभु बेनती, अपनी भगति लाई, अपनी भगति लाई, अपनी भगति लाई, अपनी भगति लाई। फिरत फिरत प्रभु आया, परिया तो शरणाई, परिया तो शरणाई। फिरत फिरत प्रभु आया, फिरत फिरत प्रभु, फिरत फिरत प्रभु, फिरत फिरत प्रभु आया। प्यारी साध संगत जी, जो असी श्लोक गायन किया है, सुखमनी साहब की 20वीं अष्टपदी का यह श्लोक है।
20 ਨੰਬਰ ਅਸ਼ਟਪਦੀ ਹੈ, ਉਹਦੇ ਸਿਰਲੇਖ ਤੇ ਇਹ ਵਾਲਾ ਸ਼ਲੋਕ ਲੱਗਾ ਹੋਇਆ। ਜਿਨ੍ਹਾਂ ਨੂੰ ਸੁਖਮਨੀ ਸਾਹਿਬ ਯਾਦ ਹੈ ਉਹਨਾਂ ਨੂੰ ਤੇ ਇਹ ਸ਼ਲੋਕ ਯਾਦ ਹੀ ਹੈ, ਪਰ ਜਿਨ੍ਹਾਂ ਨੂੰ ਸੁਖਮਨੀ ਸਾਹਿਬ ਨਹੀਂ ਵੀ ਯਾਦ ਉਹਨਾਂ ਨੂੰ ਵੀ ਇਹ ਸ਼ਲੋਕ ਯਾਦ ਹੈ, ਕਿਉਂਕਿ ਆਮ ਤੌਰ 'ਤੇ ਗੁਰਦੁਆਰਿਆਂ ਵਿੱਚ, ਸਾਡੇ ਘਰਾਂ ਦੇ ਪ੍ਰੋਗਰਾਮਾਂ 'ਚ ਔਰ ਜੋ ਅਸੀਂ ਟੀਵੀ 'ਤੇ ਪ੍ਰੋਗਰਾਮ ਦੇਖਦੇ ਹਾਂ ਦਰਬਾਰ ਸਾਹਿਬ ਤੋਂ ਆਉਂਦਾ, ਜਦੋਂ ਵੀ ਗੁਰੂ ਗ੍ਰੰਥ ਸਾਹਿਬ 'ਚੋਂ ਹੁਕਮਨਾਮਾ ਲੈਣ ਲੱਗਦੇ ਨੇ ਤਾਂ ਇਹ ਵਾਲਾ ਸ਼ਲੋਕ ਗਾਇਨ ਕੀਤਾ ਜਾਂਦਾ, ਬੜਾ ਪ੍ਰਚਲਿਤ ਹੈ। ਸੋ ਕੋਹ ਟਲ ਗੁਰ ਸੇਵੀਏ ਐਨ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ। ਇਸ ਤਰ੍ਹਾਂ ਇਹ ਵਾਲਾ ਸ਼ਲੋਕ ਵੀ ਗਾਇਆ ਜਾਂਦਾ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ। ਸਾਧ ਸੰਗਤ ਜੀ, ਇਹ 20ਵੀਂ ਅਸ਼ਟਪਦੀ ਦਾ ਸ਼ਲੋਕ ਹੈ। ਬਾਣੀ ਦੀ ਇਹਦੀ ਬਣਤਰ ਕਿਸ ਤਰ੍ਹਾਂ ਹੈ? ਇਹਦੀ ਬਾਣੀ ਦੀ ਬਣਤਰ ਹੈ, ਹਾਊ ਦਿਸ ਬਾਣੀ ਇਜ਼ ਕੰਪਾਈਲਡ ਇਨ ਗੁਰੂ ਗ੍ਰੰਥ ਸਾਹਿਬ। ਇਹ ਬਾਣੀ ਸੁਖਮਨੀ ਸਾਹਿਬ ਦੀ ਗੌੜੀ ਰਾਗ ਵਿੱਚ, ਇਹਦੀ 24 ਅਸ਼ਟਪਦੀਆਂ ਨੇ। ਤੁਹਾਨੂੰ ਸਭ ਨੂੰ ਪਤਾ ਹੈ, ਤੁਹਾਡੇ ਇੱਥੋਂ ਦੇ ਪ੍ਰਬੰਧਕ ਸੱਜਣ ਬੜੇ ਸਿਆਣੇ ਹਨ ਔਰ ਉਹ ਸਾਨੂੰ ਖੁੱਲ੍ਹ ਕੇ ਸੱਚ ਦੀ ਵਿਚਾਰ ਕਰਨ ਵਾਸਤੇ ਕਹਿੰਦੇ ਹਨ ਕਿ ਜਦੋਂ ਵੀ ਤੁਸੀਂ ਇੰਡੀਆ ਆਇਆ ਕਰੋ, ਸਾਡੇ ਇਸ ਗੁਰਦੁਆਰੇ ਵਿੱਚ ਸਮਾਂ ਜ਼ਰੂਰ ਦਿੱਤਾ ਕਰੋ। ਸੋ ਪ੍ਰਬੰਧਕ ਸੱਜਣ ਔਰ ਸੰਗਤਾਂ ਦੇ ਉਤਸ਼ਾਹ ਦਾ ਸਦਕਾ ਅਸੀਂ ਆਪ ਜੀ ਦੀ ਸੇਵਾ 'ਚ ਬਾਣੀ ਦੀ ਵਿਚਾਰ ਖੁੱਲ੍ਹ ਕੇ ਕਰਨ ਵਾਸਤੇ ਸਾਂਝ ਕਰਦੇ ਹਾਂ। ਸੁਖਮਨੀ ਸਾਹਿਬ ਦੇ ਅੰਦਰ 24 ਅਸ਼ਟਪਦੀਆਂ ਹੁੰਦੀਆਂ ਔਰ 24 ਅਸ਼ਟਪਦੀਆਂ ਵਿਚਕਾਰ ਹਰ ਅਸ਼ਟਪਦੀ ਦੇ ਉੱਪਰ ਇੱਕ ਸ਼ਲੋਕ ਲੱਗਾ ਹੋਇਆ ਹੈ। ਇਹਦਾ ਮਤਲਬ 24 ਅਸ਼ਟਪਦੀਆਂ, ਹਰ ਅਸ਼ਟਪਦੀ ਦੇ ਅੰਦਰ 8 ਪਦੇ ਹੁੰਦੇ ਨੇ। ਈਚ ਅਸ਼ਟਪਦੀ ਕੰਟੇਨਸ 8 ਸਟੈਂਜ਼ਾਸ ਔਰ 8 ਪਦਿਆਂ ਦੇ ਨਾਲ ਉਹਨਾਂ ਦਾ ਇੱਕ ਸ਼ਲੋਕ ਹੁੰਦਾ ਹੈ। ਹਰ ਅਸ਼ਟਪਦੀ ਟੋਟਲ ਦਾ ਆਪਣਾ ਇੱਕ ਸੈਂਟਰਲ ਆਈਡੀਆ ਹੈ ਜੋ ਕਿ ਉਸ ਦਾ ਸ਼ਲੋਕ ਹੁੰਦਾ ਹੈ। ਜੇ ਪੂਰੀ ਅਸ਼ਟਪਦੀ ਨੂੰ ਸਮਝਣਾ ਹੋਏ ਤਾਂ ਪਹਿਲਾਂ ਸ਼ਲੋਕ ਸਮਝਣਾ ਪਏਗਾ। ਔਰ ਗੁਰੂ ਪਾਤਸ਼ਾਹ ਦਾ ਸਾਰਾ ਸੁਨੇਹਾ 8ਵੇਂ ਪਦੇ ਵਿੱਚ ਜਾ ਕੇ ਨਿਕਲਦਾ ਹੈ। ਕਈ ਵਾਰੀ ਸਾਨੂੰ ਕਲਿਊਜ਼ ਮਿਲਣੇ ਸ਼ੁਰੂ ਹੋ ਜਾਂਦੇ ਨੇ 6ਵੇਂ 7ਵੇਂ 8ਵੇਂ, ਪਰ ਅਲਟੀਮੇਟਲੀ ਅਸੀਂ ਗੁਰਮਤ ਨੂੰ 8ਵੇਂ ਪਦੇ ਤੋਂ ਸਮਝਦੇ ਹਾਂ ਕਿ ਗੁਰੂ ਸਾਹਿਬ ਦਰਅਸਲ ਕੀ ਕਹਿਣਾ ਚਾਹੁੰਦੇ ਨੇ। ਪਰ ਜਿਵੇਂ ਅਸੀਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਪੜ੍ਹਦੇ ਹਾਂ, ਉਹਦੇ 'ਚ 6ਵੇਂ ਤੋਂ ਹੀ ਸਾਨੂੰ ਕਲਿਊ ਮਿਲਣਾ ਸ਼ੁਰੂ ਹੋ ਜਾਂਦਾ ਕਿ ਗੁਰੂ ਸਾਹਿਬ ਬ੍ਰਹਮ ਗਿਆਨੀ ਕਹਿੰਦੇ ਨੇ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਕੋਈ ਬੰਦਾ ਨਹੀਂ ਹੁੰਦਾ। ਪੂਰੀ ਅਸ਼ਟਪਦੀ ਅੰਦਰ ਬ੍ਰਹਮ ਗਿਆਨੀ ਦੀ ਗੱਲ ਕੀਤੀ ਹੈ, ਪਰ ਗੁਰੂ ਪਾਤਸ਼ਾਹ ਨੇ ਕਿਹਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੁੰਦਾ ਹੈ। ਉਹ ਪਰਮੇਸ਼ਰ ਸਾਰਿਆਂ ਦੇ ਅੰਦਰ ਵਸਦਾ ਹੈ, ਬਾਹਰ ਨਹੀਂ ਹੁੰਦਾ। ਜੋ ਲੋਕੀ ਸਮਝਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ, ਜੋ ਤੂੰ ਬਾਹਰ 7ਵੇਂ ਅਸਮਾਨ ਤੇ ਰੱਬ ਸਮਝਦਾ ਹੈ, ਉਹ ਦਰਅਸਲ ਰੱਬ ਤੇਰੇ ਅੰਦਰ ਹੈ। ਉਸ ਅੰਦਰ ਵਸਦੇ ਰੱਬ ਦੀ ਜੇ ਤੇਰਾ ਮਨ ਸਤਿਗੁਰ ਦੀ ਮੱਤ ਲੈ ਲੇ ਤਾਂ ਤੇਰੇ ਮਨ ਨੂੰ ਆਪਣੇ ਅੰਦਰ ਦੀ ਵਿਚਾਰ ਸਾਰੀ ਸਮਝ ਆ ਜਾਏਗੀ। ਲੋਕੀ ਸਮਝਦੇ ਨੇ ਚੰਨ ਸੂਰਜ ਤਾਰੇ ਅਸਮਾਨ ਧਰਤੀ ਇਹਨਾਂ ਚੀਜ਼ਾਂ ਦੀ ਸਟੱਡੀ ਲੈ ਲਓ, ਲੋਕੀ ਇਹਨੂੰ ਬ੍ਰਹਮ ਗਿਆਨ ਸਮਝਦੇ ਸੀ। ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਤੇਰਾ ਮਨ ਅੰਦਰ ਵਸਦੇ ਰੱਬ ਜੀ ਦੀ ਸੁਮਤ ਲੈ ਲਵੇ, ਇਹ ਤੇਰਾ ਬ੍ਰਹਮ ਗਿਆਨ ਹੈ। ਅਤੇ ਜੇ ਤੇਰਾ ਮਨ ਵਿਕਾਰਾਂ ਤੋਂ ਮੁਕਤ ਹੋ ਜਾਏ ਤਾਂ ਇਹ ਤੇਰੇ ਮਨ ਦਾ ਬ੍ਰਹਮ ਗਿਆਨ ਹੈ। ਸੋ ਸੁਖਮਨੀ ਸਾਹਿਬ ਵਿੱਚ ਬਣਤਰ ਦੀ ਗੱਲ ਕਰ ਰਹੇ ਹਾਂ ਕਿ ਉਸ ਅਸ਼ਟਪਦੀ 'ਚ ਗੁਰੂ ਸਾਹਿਬ ਕਲਿਊਜ਼ ਦਿੰਦੇ ਨੇ, ਸਾਨੂੰ ਆਈਡੀਆਜ਼ ਦਿੰਦੇ ਨੇ ਕਿ ਦੇਖੋ ਬਾਣੀ ਨੂੰ ਕਿਸ ਤਰ੍ਹਾਂ ਪੜ੍ਹੀਦਾ ਹੈ। ਅਚਾਨਕ ਆਪਣਾ ਆਈਡੀਆ ਬਾਣੀ 'ਤੇ ਨਹੀਂ ਥੋਪੀਦਾ, ਸੁਣੀ ਸੁਣਾਈ ਗੱਲ ਨੂੰ ਨਹੀਂ ਥੋਪੀਦਾ, ਬਾਣੀ 'ਚੋਂ ਅਰਥ ਲੱਭੀਦਾ। 6ਵੇਂ ਪਦੇ ਵਿੱਚ ਬ੍ਰਹਮ ਗਿਆਨੀ ਆਪ ਪਰਮੇਸ਼ਰ, 6ਵੇਂ 7ਵੇਂ 8ਵੇਂ ਪਦੇ ਵਿੱਚ ਗੁਰੂ ਸਾਹਿਬ ਖੋਲ੍ਹ ਕੇ ਦੱਸਦੇ ਨੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਸਾਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ। ਅਸੀਂ ਮਨੁੱਖਾਂ ਨੂੰ ਬ੍ਰਹਮ ਗਿਆਨੀ ਸਮਝਦੇ ਹਾਂ, ਮਨੁੱਖ ਸ੍ਰਿਸ਼ਟੀ ਦਾ ਕਰਤਾ ਨਹੀਂ ਹੁੰਦਾ। ਬ੍ਰਹਮ ਗਿਆਨੀ ਮਨੁੱਖ ਨਹੀਂ ਹੁੰਦਾ, ਕੋਈ ਮਨੁੱਖ ਨਹੀਂ ਹੁੰਦਾ, ਕਿਉਂਕਿ ਬਾਣੀ ਅੰਦਰ ਇਹ ਵੀ ਕਹਿ ਰਹੇ ਨੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਸੋ ਜਦੋਂ ਮੇਰਾ ਮਨ ਨਿਜ ਘਰ ਚੋਂ ਸਤਿਗੁਰ ਦੀ ਮੱਤ ਲੈ ਕੇ ਇਟਰਨਲ ਹੋ ਜਾਂਦਾ, ਵਿਕਾਰਾਂ ਦੇ ਹੱਥ ਮਨ ਕੀ ਮੱਤ ਨਹੀਂ ਮਰਦਾ, ਤਾਂ ਉਸ ਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ। ਕੋਈ ਕਿਸੇ ਨੂੰ ਨਹੀਂ ਕਹਿ ਸਕਦਾ, ਮੈਂ ਇਹਨੂੰ ਨਹੀਂ ਕਹਿ ਸਕਦਾ ਇਹ ਬ੍ਰਹਮ ਗਿਆਨੀ ਹੈ, ਇਹ ਮੈਨੂੰ ਨਹੀਂ ਕਹਿ ਸਕਦਾ ਕਿ ਮੈਂ ਬ੍ਰਹਮ ਗਿਆਨੀ ਹਾਂ। ਅਸੀਂ ਕਿਸੇ ਮਨੁੱਖ ਨੂੰ ਨਹੀਂ ਕਹਿ ਸਕਦੇ, ਅਸੀਂ ਕਿਸੇ ਮਨੁੱਖ ਦੇ ਅੰਦਰ ਦੀ ਨਹੀਂ ਜਾਣਦੇ ਹਾਂ।
ਲੋਕਾਂ ਨੂੰ ਕਰਮਾਂ ਕਾਂਡਾਂ ਦੇ ਨਾਲ ਕਰਦਿਆਂ ਅਸੀਂ ਦੇਖਦੇ ਹਾਂ ਔਰ ਪਰਖਦੇ ਰਹਿੰਦੇ ਹਾਂ ਔਰ ਲੇਬਲ ਕਰਦੇ ਰਹਿੰਦੇ ਹਾਂ ਬੜਾ ਗੁਰਮੁਖ ਹੈ। ਮੈਨੂੰ ਐਸੇ ਐਸੇ ਗਰੁੱਪ ਪਤਾ ਨੇ ਅਮਰੀਕਾ ਤੱਕ ਜਿਹੜੇ ਆਪਣੇ ਆਪ ਨੂੰ ਸ਼ੋਅ ਕਰਦੇ ਨੇ ਬੱਤੀਆਂ ਬੁਝਾ ਕੇ, ਅਸੀਂ ਨਾਮ ਜਪਿਆ, ਫਿਰ ਉਹ ਇੱਕ ਦੂਜੇ ਦੀ ਗੱਲ ਕਰਦੇ ਨੇ, ਇਹ ਬ੍ਰਹਮ ਗਿਆਨੀ ਨੇ, ਇਹ ਬੜੇ ਪਹੁੰਚੇ ਹੋਏ ਨੇ, ਇਹ ਇਹਨਾਂ ਦਾ ਦਸਮ ਦੁਆਰ ਖੁੱਲ੍ਹਿਆ ਹੋਇਆ ਹੈ, ਉਹ ਇਹ ਇਹਨਾਂ ਨੂੰ ਅਨੰਦ ਨਾਦ ਸੁਣਾਈ ਦਿੰਦਾ ਹੈ। ਇਸ ਤਰੀਕੇ ਦੀ ਇੱਕ ਦੂਜੇ ਨਾਲ ਕਰਦੇ ਨੇ। ਅਤੇ ਜੇ ਮੈਂ ਕਹਾਂਗਾ ਇਹਨਾਂ ਦੇ ਅੰਦਰ ਇਹ ਕੁਆਲਿਟੀ ਹੈ, ਇਹ ਵੀ ਲੋਕਾਂ ਨੂੰ ਕਹਿਣਗੇ ਇਹਨਾਂ ਦੇ ਅੰਦਰ ਇਹ ਕੁਆਲਿਟੀ ਹੈ, ਇਹਨਾਂ ਦਾ ਵੀ ਅਨੰਦ ਨਾਦ ਸੁਣਾਈ ਦਿੰਦਾ ਹੈ, ਦਸਮ ਦੁਆਰ ਖੁੱਲ੍ਹਦਾ ਹੈ। ਇਸ ਤਰੀਕੇ ਨਾਲ ਇੱਕ ਦੂਜੇ ਦੀਆਂ ਗੱਲਾਂ ਕਰਦੇ ਨੇ। ਅਸੀਂ ਕਿਸੇ ਦੇ ਮਨ ਦੀ ਨਹੀਂ ਜਾਣਦੇ ਹਾਂ, ਅਸੀਂ ਅੰਤਰਜਾਮੀ ਨਹੀਂ ਹਾਂ। ਵੀ ਕੈਨ ਨਾਟ ਲੇਬਲ ਐਨੀਬਡੀ। ਲੇਬਲ ਕਰਨਾ ਹੀ ਨਹੀਂ ਚਾਹੀਦਾ ਕੌਣ ਪੁੰਨੀ ਹੈ ਅਤੇ ਕੌਣ ਪਾਪੀ ਹੈ। ਪੁੰਨੀ ਪਾਪੀ ਆਖਣ ਹੁੰਦਾ ਲੇਬਲ, ਪੁੰਨੀ ਪਾਪੀ ਆਖਣ ਨਾ ਹੈ। ਅਸੀਂ ਜਪਜੀ ਸਾਹਿਬ 'ਚੋਂ ਸਿੱਖਿਆ, ਜਿਸ ਦੀ ਡਿਟੇਲਡ ਵਿਚਾਰ ਤੁਹਾਨੂੰ ਬਾਹਰ ਪੈਨ ਡਰਾਈਵ ਵਿੱਚ ਮਿਲੇਗੀ। ਮੋਰ ਦੈਨ 110 ਪ੍ਰੋਗਰਾਮਸ ਵਿੱਚ ਅਸੀਂ ਉਸ ਨੂੰ ਵਿਚਾਰਿਆ ਸੀ। ਅਸੀਂ ਬਾਣੀ ਦੀ ਬਣਤਰ ਸੁਖਮਨੀ ਸਾਹਿਬ ਵਿੱਚ ਇੱਕ ਕੀਮਤੀ ਗੱਲ ਹੋਰ ਪ੍ਰਾਪਤ ਕਰਦੇ ਹਾਂ ਜਦੋਂ ਬਾਣੀ ਨੂੰ ਖੋਜ ਕੇ ਆਸਤਾ ਆਸਤਾ ਪੜ੍ਹਦੇ ਹਾਂ। ਉਹ ਕੀਮਤੀ ਗੱਲ ਸਾਨੂੰ ਸਮਝ ਆਉਂਦੀ ਹੈ ਕਿ ਬਾਣੀ ਦੇ ਜਿਹੜੇ ਸ਼ਬਦ ਹੁੰਦੇ ਨੇ ਉਹਨਾਂ 'ਚ ਰਹਾਉ ਹੁੰਦਾ ਹੈ ਔਰ ਰਹਾਉ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ। ਸੁਖਮਨੀ ਸਾਹਿਬ ਦੀ ਇਤਨੀ ਵੱਡੀ ਬਾਣੀ ਹੈ ਜਿਹਦੀਆਂ 24 ਅਸ਼ਟਪਦੀਆਂ ਨੇ। ਸਾਰੀ 24 ਅਸ਼ਟਪਦੀਆਂ ਦਾ ਹਰ ਅਸ਼ਟਪਦੀ ਦਾ ਆਪਣਾ ਸੈਂਟਰਲ ਆਈਡੀਆ ਉਸਦੇ ਰਹਾਉ, ਉਸਦੇ ਸ਼ਲੋਕ ਵਿੱਚ ਹੈ। ਲੇਕਿਨ ਸਾਰੀ ਸਮੁੱਚੀ ਬਾਣੀ ਸੁਖਮਨੀ ਸਾਹਿਬ ਦਾ ਰਹਾਉ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨ੍ਹਾਂ ਕੇ ਮਨ ਬਿਸ਼ਰਾਮ। ਜੋ ਸਤਿਗੁਰ ਦੀ ਮੱਤ ਲੈ ਲੈਂਦਾ ਹੈ ਉਸ ਦਾ ਮਨ ਵਿਸ਼ਰਾਮ ਕਰਕੇ ਟਿਕ ਜਾਂਦਾ ਹੈ। ਉਸ ਦਾ ਮਨ ਵਿਸ਼ਰਾਮ ਕਰਕੇ ਟਿਕ ਜਾਂਦਾ ਹੈ, ਮੀਨਸ ਉਹ ਭਟਕਣਾ ਤੋਂ ਬਚ ਜਾਂਦਾ ਹੈ। ਮੀਨਸ ਉਹਦੀ ਭਟਕਣਾ ਖਤਮ ਹੋ ਗਈ। ਜਦੋਂ ਸਾਡੀ ਭਟਕਣਾ ਹੁੰਦੀ ਹੈ ਤਾਂ ਉਹ ਕੀ ਹੁੰਦੀ ਹੈ? ਮਾਈ ਮੈਂ ਧਨ ਪਾਇਓ ਹਰ ਨਾਮ, ਮਨੁ ਸੁਮਤ ਪ੍ਰਾਪਤ ਹੋਈ ਹੈ, ਮਨੁ ਵਿਜ਼ਡਮ ਪ੍ਰਾਪਤ ਹੋਈ ਹੈ। ਮੈਂ ਵਿਜ਼ਡਮ ਰੂਪੀ ਧਨ ਪ੍ਰਾਪਤ ਕੀਤਾ ਹੈ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ। ਧਾਵਨ ਹੁੰਦਾ ਇੱਧਰ ਉੱਧਰ ਦੌੜਦਾ ਸੀ ਮੇਰਾ ਮਨ। ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸ਼ਰਾਮ। ਹੁਣ ਮੇਰਾ ਮਨ ਟਿਕ ਗਿਆ ਹੈ। ਹੁਣ ਮੈਂ ਤੇ ਨਹੀਂ ਕਹਿ ਸਕਦਾ ਕਿ ਇਹਨਾਂ ਦਾ ਮਨ ਟਿਕ ਗਿਆ, ਮੈਂ ਵੀ ਨਹੀਂ ਕਹਿ ਸਕਦਾ ਇਹਨਾਂ ਦਾ ਟਿਕ ਗਿਆ। ਮੈਂ ਇਹ ਨਹੀਂ ਕਹਿ ਸਕਦਾ ਕਿਸੇ ਚਿੱਟੇ ਚੋਲੇ ਵਾਲੇ ਬਾਬਾ ਜੀ ਦਾ ਮਨ ਟਿਕ ਗਿਆ। ਲੋਕੀ ਆਪਣੇ ਆਪਣੇ ਗਰੁੱਪ ਦੇ ਬਾਬਾ ਜੀ ਨੂੰ ਕਹਿੰਦੇ ਨੇ ਸਾਡੇ ਬਾਬਾ ਜੀ ਦਾ ਟਿਕ ਗਿਆ, ਸਾਡੇ ਬਾਬਾ ਜੀ ਪੂਰਨ ਬ੍ਰਹਮ ਗਿਆਨੀ ਨੇ, ਦੂਜੇ ਡੇਰੇ ਵਾਲੇ ਗਰੁੱਪ ਵਾਲੇ ਬਾਬਾ ਜੀ ਬ੍ਰਹਮ ਗਿਆਨੀ ਨਹੀਂ ਨੇ। ਹਰ ਕੋਈ ਆਪਣੇ ਬਾਬਾ ਜੀ ਦੇ ਗਰੁੱਪ ਨੂੰ। ਮੈਂ ਤੁਹਾਡੇ ਨਾਲ ਇਹ ਗੱਲਾਂ ਤਾਂ ਕਰਕੇ ਸਾਂਝ ਕਰ ਰਿਹਾ ਕਿ ਹੁਣ ਅਸੀਂ 550 ਸਾਲਾ ਸਾਰਾ ਸਿੱਖ ਜਗਤ ਇਹ ਸਾਲ ਮਨਾ ਰਿਹਾ। ਬੜਾ ਹਾਈ ਟਾਈਮ ਹੈ ਕਿ ਸਾਨੂੰ ਬੇਸਿਕਸ ਦੇ ਨਾਲ ਜੁੜ ਜਾਣਾ ਚਾਹੀਦਾ ਹੈ। ਬੜਾ ਹਾਈ ਟਾਈਮ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਜਾਣਾ ਚਾਹੀਦਾ। ਅਸੀਂ ਡੇ ਬਾਈ ਡੇ ਗੁਰੂ ਗ੍ਰੰਥ ਸਾਹਿਬ ਤੋਂ ਟੁੱਟਦੇ ਜਾ ਰਹੇ ਹਾਂ। ਡੇ ਬਾਈ ਡੇ ਸੁਚ ਪਿੱਟ ਔਰ ਸਤਕਾਰ ਜਾਂ ਨਿੰਦਾ ਇਹਨਾਂ ਕਿਸਮਾਂ ਦੀਆਂ ਗੱਲਾਂ ਕਰਕੇ ਸਾਡੇ ਘਰਾਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਲੋਪ ਹੁੰਦਾ ਜਾ ਰਿਹਾ ਹੈ। ਮੈਨੂੰ ਯਾਦ ਹੈ ਬਚਪਨ ਵਿੱਚ ਸਾਡਾ ਘਰ ਸਰਕਾਰੀ ਮਕਾਨ ਸੀ ਔਰ ਸਾਡੇ ਕੋਲ ਟੋਟਲ 2 ਕਮਰੇ ਸੀ। ਅਸੀਂ 4 ਭੈਣ ਭਰਾ ਔਰ ਸਾਡੇ ਮੰਮੀ ਪਾਪਾ 6। ਕਈ ਵਾਰੇ ਮੇਰੇ ਨਾਨੀ ਜੀ ਵੀ ਆ ਜਾਂਦੇ ਸੀ। 7 ਬੰਦੇ ਵੀ ਅਸੀਂ ਉਸ 2 ਕਮਰੇ ਦੇ ਮਕਾਨ ਅੰਦਰ ਰਹਿੰਦੇ ਸੀ। ਲੇਕਿਨ ਇੱਕ ਪਾਸੇ ਅਸੀਂ ਉਸ ਕਮਰੇ ਦੇ ਅੰਦਰ ਮੰਜੇ ਦੇ ਬਦਲੇ ਜ਼ਮੀਨ 'ਤੇ ਸੌਂਦੇ ਸੀ ਔਰ ਉੱਥੇ ਅਸੀਂ ਲੋਹੇ ਦਾ ਵੱਡਾ ਟਰੰਕ ਹੁੰਦਾ ਸੀ ਅਤੇ ਅਸੀਂ ਉਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਸੀ। ਸਾਰੇ ਘਰ ਵਾਲਿਆਂ ਨੂੰ ਨਿੱਕੇ ਤੋਂ ਲੈ ਕੇ ਵੱਡੇ ਤੱਕ ਆਦਤ ਸੀ ਉੱਠਣ ਸਾਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਹੈ। ਉੱਠਣ ਸਾਰ ਸਾਨੂੰ ਨਜ਼ਰ ਆਏਗਾ ਮੇਰੇ ਮੰਮੀ ਪਾਪਾ ਜਾਂ ਮੇਰੇ ਨਾਨਾ ਨਾਨੀ ਦਾਦਾ ਦਾਦੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਰਹੇ ਨੇ। ਇਹ ਸਿਸਟਮ ਸਾਡੇ ਘਰੋਂ ਅਲੋਪ ਹੋ ਰਿਹਾ ਹੈ। ਸਾਡੇ ਘਰ ਵਿੱਚ ਕੀ ਆ ਰਿਹਾ? ਟੈਲੀਫੋਨ ਆ ਰਿਹਾ ਹੈ। ਸਾਡੇ ਘਰ ਵਿੱਚ ਕੀ ਆ ਰਿਹਾ? ਆਈਪੈਡ ਆ ਰਿਹਾ ਹੈ। ਸਾਡੇ ਘਰ ਵਿੱਚ ਕੀ ਆ ਰਿਹਾ? ਇੱਕ ਦੂਜੇ ਦੇ ਨਾਲ ਗੱਲਾਂ ਕਰਨ ਦਾ ਸਿਸਟਮ ਆ ਰਿਹਾ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸੀਂ ਕਿਹਾ ਜੀ ਸਤਿਕਾਰ ਨਹੀਂ ਹੋਏਗਾ। ਸਭ ਤੋਂ ਵੱਡਾ ਸਤਿਕਾਰ ਹੈ ਗੁਰੂ ਦੀ ਗੱਲ ਮੰਨਣਾ। ਚੌਰ ਕਰਨੀ ਹੈ ਕਰੀਏ, ਰੁਮਾਲਾ ਚੜ੍ਹਾਉਣਾ ਚੜ੍ਹਾਈਏ, ਪਰ ਸਭ ਤੋਂ ਵੱਡਾ
निरादर है कि गुरु जो कहता है वो मैं मनदा ही नहीं। गुर कया साकार कमावो, गुर की करनी काहे तावो। गुर की करनी जो तेनू जीवन जाच दी करनी वाली गुर टेक्निक मेथड विधि समझाई है, काहे तावो उसे भागता क्यों है। वाई यू एस्केप प्रैक्टिकल लिविंग तो क्यों नसदा है। साडे अज वड्डे वड्डे घर हो गए ने, पर साडे घरां चों गुरु ग्रंथ साहब दा प्रकाश अलोप हो गया है। साडे घरां विच हर कमरे च टीवी लग गया और असी मिनिमम 3 to 5 सीरीयल्स वेखदे हां, फिल्मां देखदे हां, सब कुछ देखदे हां, पर विचार खत्म हो चुकी है। डाइनिंग टेबल लखां करोड़ां दे लग गए ने, पर डाइनिंग टेबल ते बैठण वाले रल के कदी बैठ के खाना खांदे ही नहीं हैं। साडे घर दा सिस्टम उजड़ चुका होया है। सो हुण गुरु पातशाह ने सानू सुमत बख्शी कि 550 साल जे मना रहे हो तो गुरु ग्रंथ साहब नाल जुड़ो, गुरु ग्रंथ साहब जी की बाणी दे नाल जुड़ो। जो जो बाणी नाल जुड़दे आ साडे कपाट खुलदे ने। जिवें कि ब्रह्म ज्ञानी बारे असी समझदे सी कोई मनुख होंदा है, लेकिन गुरु पातशाह जी की बाणी जो ध्यान नाल पढ़ांगे तो असी अपनी एक गलती नू रेक्टिफाई करांगे। आज से हम किसी इंसान को ब्रह्म ज्ञानी नहीं बोलेंगे। पर आए दिन साडा एक नवा ब्रह्म ज्ञानी असी काढ़ लैंदे हां, फिर साडे देखदे शरीरक तौर पर साडे कोल विछड़ जाता है, पर असी पढ़ रहे होंगे ब्रह्म ज्ञानी सजीव नहीं मरता, और साडे सामने देखदे मर गया। वो सृष्टि का कर्ता भी नहीं है, वो आप परमेश्वर ही नहीं है। असी मनुखों को ब्रह्म ज्ञानी लेबल करी जा रहे हैं, और फिर असी उन्हां दियां बरसियां विच मस्त हो गए। आए दिन ब्रह्म ज्ञानी मरते रहेंगे। जिस दिन कौम आज तो हज़ारा साल बाद 365 ब्रह्म ज्ञानी हो जाएंगे, सो कौम 365 ब्रह्म ज्ञानियां दियां 365 दिन सारा साल बरसियां मनाया करेगी। कौम गुरु ग्रंथ साहब नाल कदों जुड़ेगी। आज की डेट 10 12 या 15 ब्रह्म ज्ञानी होणगे, कौम कदों बाणी नाल जुड़ेगी। सतसंग जी, जे बाणी नाल जुड़िए ना तो असी भरम भुलेखे विच किसी मनुख नूं ब्रह्म ज्ञानी कहते हैं। बाणी नाल जे ना जुड़िए तो भरम भुलेखे विच किसी मनुख नूं संत जी कहते हैं, किसी मनुख नूं महाराज जी कहते हैं, किसी मनुख नूं बाबा जी कहते हैं। सारे भुलेखे। और जेकर साडे घर विच गुरु ग्रंथ साहब का प्रकाश है, बाहरली कंट्री मैं उसका नाम नहीं लवांगा, उत्थे मैनूं बीबियां पुछदियां, क्वेश्चन आंसर का सैशन शुरू होया, है जी सुखासन करन वेले रुमाले कितने चाड़ने हैं। ये सवाल है। कैसे परम भुलेख्या च असी। फिर मैं उन्होंने कहा तुसी किन्ने चाड़ दो, कहंदे मैं 2 चाड़ दियां। मैं कहा ठीक है जी 2 चाड़ लिया करो, 2 चाड़िया 1 चाड़िया जो मर्जी कोई गल नहीं। हुण उहदा दूजा सवाल आया, वो 2 रुमाले पॉलिस्टर दे होने चाहिए ने कि कॉटन दे होने चाहिए ने। असी कैसिया कैसिया गल्लां च पे होए हां। असी कैसे कैसे रस्मों रिवाज मर्यादा के ना हेठा रख लेने। अज किसी ने मैनू कहा कि बेसिक श्लोक डिस्कस करो, तो मैं बेसिक श्लोक तुहाडे नाल स्पॉन्टेनियस इत्थे आके डिस्कस कर रहा। ट्यून मैं दी कोई नहीं बनाई, एक सिंपल राग ही तुहाडे नाल साझ कर ली है। जदों तक असी गुरमत के बेसिक सिद्धांत गुरमत की लाइट चों नहीं समझांगे। अज साडा सवेरे प्रोग्राम सी, उहदे विच सवेर के प्रोग्राम तो पहले मैं साझ कर ला, कल टैगोर गार्डन प्रोग्राम सी। असी प्रोग्राम में समझिया दीवान किनू कहते हैं, दीवान कचहरी नू कहते हैं, कचहरी दरगाह नू कहते हैं। लोकी मरण तो बाद दी दरगाह समझते हैं, जब मर जाएंगे दरगाह में लेखा जोखा होगा। कल असी पढ़िया, सो ऐसा दीवान वसिया भगतां के हिरदय। बाणी पढ़ के पता लगा दीवान अंदर होंदा है। अंदर क्यों होता है? क्योंकि भगवान जी अंदर रहते हैं, भगवान जी बाहर नहीं रहते हैं। भगवान जी 7वें आसमान पे नहीं रहते हैं। 7वें आसमान पे नरक स्वर्ग नहीं होता है। कोई 7वें आसमान पे, कोई आसमान के ऊपर मरने के बाद बैकुंठ पैराडाइज नहीं होता है। गुरमत मरण तो बाद दी हैल और हैवन दी फिलॉसफी नू नहीं मनदी है। गुरमत सच दे बैकुंठ नू मनदी है। सच दी संगत करो, ए बैकुंठ है, ए स्वर्ग है, ए सचखंड है। गुरु साहब कहते ने कहो कबीर एह कहिए काहे, साध संगत बैकुंठे आए। कहो कबीर ए कहिए काहे, साध संगत बैकुंठे आए। साध
संगत बैकुंठे आए जान जान, सब कह ताहाही ना जाना। ना जाना बैकुंठ कहाही जान जान, सब कह ताहाई जान जान, सब कह ताहाई। कबीर साहब कह रहे ने सारिਆਂ ਨੂੰ पता है कि बैकुंठ उपर आसमान ते कित्थे है, एवरीबॉडी नोज, पर गुरु की गल सुनी नहीं। जदों कबीर साहब बयान कर रहे सी तां गुरु ग्रंथ साहब तैयार नहीं सी होया। पूरे गुरु ग्रंथ साहब जी की बाणी सानू मरण तो बाद वाली स्वर्ग नरक बैकुंठ तो छुड़ाती है। पूरे गुरु ग्रंथ साहब जी की बाणी दे एक एक अखर एक एक टर्म नू गुरबाणी के संदर्भ में सानू समझना पेगा। लेकिन कबीर साहब कह रहे ने जिहड़े लोकी कहंदे ने वो बैकुंठ दियां गल्लां करदे ने, वो बात नहीं आसमान गिरावे, गल्लां नाल ही स्वर्ग नरक दियां गल्लां करदे। पर असी गुरु ग्रंथ साहब पढ़न वाले गुरु के सिख हो के गुरु नानक साहब कबीर साहब दियां बाणियां पढ़ के भी असी इत्थे जदों कोई मनुख विछड़ जाता है असी कहंदे ने उन्हें स्वर्गां च निवास बख्शना। जदों कोई शरीरक डैथ हो जाती है असी उन्हें कहंदे ने गुरु के चरनां च निवास बख्शना, क्योंकि सानू एक्चुअल विच शरण दे बारे मालूम नहीं है। गुरबाणी चो जो असी पढ़ांगे तो अज दे श्लोक विच बहुत सारिया गल्लां ने। फिरत फिरत प्रभ आया, फिरत फिरत होंदा की है, धावन होंदा की है, भटकदा मैं क्यों हाँ, किस तरह भटकदा। जे गुरमत दे संदर्भ विच नहीं समझांगे तो पता नहीं लगेगा। फिरत फिरत प्रभ आया, परिया तो शरनाए। शरनाए किनू कहंदे ने? चार दीवारां दे किसी भी जगह किसी भी थां ते धरती दे चले जाओ उन्होंने शरण नहीं कहते ने। किसी 100 काट धार्मिक स्थान दे अंदर चले जाओ उन्होंने शरण नहीं कहते ने। गुरमत चो समझांगे। परिया तो शरनाए नानक की प्रभ बेनती। गुरमत अनुसार बेनती की होती है, असी अपनी बेनती की प्रैक्टिस देख लीए की कर रहे हैं। नानक की प्रभ बेनती अपनी भगती लाए। गुरमत किनू भगती कहती है, असी अपनी भगती किस तरह। हुण सानू एक एक टर्म आस्ता आस्ता समझनी है। गुरमत विच भगती का मतलब होता है चंगे गुण धारण करना। जपजी साहब, विण गुण कीते भगत ना होए। तुम किसी कर्म कांड को करना भक्ति समझते हो, तुम माला फेरने को भक्ति समझते हो, तुम आंखें बंद कर करके चौंकड़ा मार के मेडिटेशन को भक्ति समझते हो, तुम एक टांग पर खड़े होके भक्ति समझते हो, तुम कोई भी कर्म कांड पाखंड करने को भक्ति, हठ जोग को भक्ति समझते हो। पर गुरु साहब कहते ने जे तू रब्बी गुण नहीं लैंदा तेरी भक्ति नहीं हो रही। इस तो इलावा तू जो कुछ करता है तेरी चल सकती है। भावें प्रबंधकां नूं भी मना लवें तो तू गुरुद्वारियां दे अंदर वो प्रैक्टिस शुरू कर लवें। पर गुरु पातशाह कहते ने सतगुरु नूं पुछ, मनमुख भगत करें बिन सतगुरु। जिहड़े मन की मर्जी करते हैं वो सतगुरु तो पिछे बिना अपनी मन मर्जी की भगती बना लेंदे ने। मनमुख भगत करें बिन सतगुर भगत ना होए। सतगुरु नूं पुछे बगैर भगत नहीं हो सकती। सो असी अपने आप नूं पुछिए कि असी बाणी चों पुछदे हां, कि असी बाणी चों कुछ समझदे हां, कि असी बाणी दी विचार करन नूं तैयार हां, या सानूं सिर्फ कहानियां ही पसंद हां। कि असी कहानियां ही करते रवांगे कि साडे गुरुद्वारियां दे सिस्टम दे अंदर स्पैशल एक क्लास होया करे जिस क्लास विच हिस्टरी पढ़ाई जा रही है, लेकिन उस तो इलावा गुरुद्वारा सिस्टम विच मैक्सीमम जिस गुरु ग्रंथ साहिब जी नूं असीं मत्था टेकदे हां उहदी बाणी दी विचार होनी चाहिदी है और उस विचार चों असीं समझना है। सो बाणी दी बनतर सानूं सब नूं समझना चाहिदा है। गुरु ग्रंथ साहिब की संपादना प्रोफैसर साहब सिंह जी ने बड़े सोहणे ढंग दे नाल लिखी है।
ਉਸ ਉਹਨਾਂ ਦੀ ਉਹ ਪੁਸਤਕ ਲੈ ਕੇ ਤੁਸੀਂ ਆਪਣੇ ਘਰਾਂ ਵਿੱਚ ਪੜ੍ਹ ਸਕਦੇ ਹੋ। ਜੋ ਸਮਝ ਆਉਂਦਾ ਜਾਏ ਇੱਕ ਡਾਇਰੀ ਬਣਾ ਲਓ, ਉਹਦੇ ਵਿੱਚ ਲਿਖ ਲਓ ਸੁਖਮਨੀ ਸਾਹਿਬ ਵਿੱਚ 24 ਅਸ਼ਟਪਦੀਆਂ ਹੁੰਦੀਆਂ ਨੇ, ਸ਼ਲੋਕ ਹੁੰਦੇ ਨੇ, 24 ਸ਼ਲੋਕ ਹੁੰਦੇ ਨੇ, ਅਸ਼ਟਪਦੀ ਦੇ ਨਾਲ 8 ਪਦੇ ਹੁੰਦੇ ਨੇ, ਉਹਦਾ ਸ਼ਲੋਕ ਰਹਾਉ ਹੁੰਦਾ ਹੈ, ਸਾਰੇ ਸੁਖਮਨੀ ਸਾਹਿਬ ਦਾ ਇੱਕ ਰਹਾਉ ਹੁੰਦਾ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਆਖੇ ਮਨ ਵਿਸਰਾਮ। ਇਹ ਆਸਾ ਕੀ ਵਾਰ ਲਿਖ ਲਓ, ਆਸਾ ਕੀ ਵਾਰ ਅੰਦਰ ਸ਼ਲੋਕ ਹੁੰਦੇ ਨੇ, ਪੌੜੀਆਂ ਹੁੰਦੀਆਂ, ਆਸਾ ਕੀ ਵਾਰ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ ਹੈ, ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ। ਇਹ ਛੋਟੇ ਛੋਟੇ ਨੋਟਸ ਤਿਆਰ ਕਰਦੇ ਜਾਓ ਔਰ ਜੋ ਤੁਸੀਂ ਲਿਖੋਗੇ ਤੁਹਾਨੂੰ ਬਾਣੀ ਦੀ ਬਣਤਰ ਦੀ ਸਮਝ ਆਉਂਦੀ ਜਾਏਗੀ, ਤੁਹਾਨੂੰ ਮਾਣ ਆਉਣਾ ਸ਼ੁਰੂ ਹੋ ਜਾਏਗਾ, ਤੁਹਾਡਾ ਬਾਣੀ ਦੇ ਅੰਦਰ ਇੰਟਰਸਟ ਪੈਦਾ ਹੁੰਦਾ ਜਾਏਗਾ। ਜੇ ਤੁਸੀਂ ਗੁਰਦੁਆਰੇ ਜਾਓ ਔਰ ਤੁਹਾਨੂੰ ਗੁਰਦੁਆਰੇ ਜਾ ਕੇ ਬਿਠਾ ਕੇ ਇੱਕ ਸ਼ਬਦ ਗਾਇਨ ਕੀਤਾ ਜਾਏ, ਸ਼ਬਦ ਦੀ ਕੋਈ ਵਿਚਾਰ ਨਾ ਹੋਵੇ ਔਰ ਉਸ ਤੋਂ ਬਾਅਦ ਦੱਸਿਆ ਜਾਏ ਬੇਬੇ ਨਾਨਕੀ ਫੁਲਕਾ ਪਕਾ ਰਹੀ ਸੀ, ਬੇਬੇ ਨਾਨਕੀ ਨੇ ਨਾਨਕ ਜੀ ਨੂੰ ਯਾਦ ਕੀਤਾ, ਨਾਨਕ ਜੀ ਆ ਗਏ, ਮਰਦਾਨੇ ਨੂੰ ਨਾਲ ਲੈ ਕੇ ਅਚਾਨਕ ਆ ਗਏ, ਲਿਆ ਬੇਬੇ ਨਾਨਕੀ ਫੁਲਕਾ ਪਕਾ, ਫੁਲਕਾ ਖਾਧਾ। ਇਹ ਵਾਲੀ ਪੂਰੀ ਗੱਲ ਸੁਣ ਕੇ ਅਸੀਂ ਘਰ ਚਲੇ ਗਏ। ਇਹਦੇ 'ਚ ਚੇਂਜ ਨਹੀਂ ਹੋਣਾ ਪਿਆ, ਇਹਦੇ 'ਚ ਆਪਣਾ ਐਟੀਟਿਊਡ ਕੋਈ ਚੇਂਜ ਨਹੀਂ ਹੋਇਆ। ਅਸੀਂ ਸੋਚਿਆ ਅਸੀਂ ਹਿਸਟਰੀ ਸੁਣ ਕੇ ਆ ਗਏ ਹਾਂ, ਅਸੀਂ ਬੜਾ ਧਰਮ ਕਰਮ ਦਾ ਕੰਮ ਕਰ ਰਹੇ ਹਾਂ। ਅਸੀਂ ਜਿਤਨੀ ਬਾਣੀ ਪੜ੍ਹ ਲਵਾਂਗੇ, ਜਿਤਨੀ ਬਾਣੀ ਸਮਝਦੇ ਜਾਵਾਂਗੇ, ਉਤਨਾ ਵਿਚਾਰਵਾਨ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ 10 ਗੁਰੂ ਸਾਹਿਬਾਨ ਦਾ ਸੰਖੇਪ ਇਤਿਹਾਸ ਲਿਖਿਆ। ਕਾਫੀ ਹੱਦ ਤੱਕ ਉਹਨਾਂ ਨੇ ਐਨਾਲਿਸਿਸ ਕੀਤਾ। ਇਸ ਤਰ੍ਹਾਂ ਜਿਉਂ ਅਸੀਂ ਪੰਥ ਦੇ ਅੰਦਰ ਬਾਣੀ ਪੜ੍ਹ ਕੇ ਵਿਚਾਰਵਾਨ ਬੈਠਦੇ ਜਾਵਾਂਗੇ ਤਾਂ ਅਸੀਂ ਆਪਣੇ ਇਤਿਹਾਸ ਦੀ ਵੀ ਪੜਚੋਲ ਕਰ ਲਵਾਂਗੇ, ਕਿਹੜਾ ਇਤਿਹਾਸ ਸਹੀ ਹੈ ਔਰ ਕਿਹੜਾ ਇਤਿਹਾਸ ਸਹੀ ਨਹੀਂ ਹੈ। ਪਰ ਸਹੀ ਹੈ ਜਾਂ ਨਹੀਂ, ਇਸ ਦਾ ਚੈੱਕ ਕਰਨ ਦਾ ਢੰਗ ਕਸੌਟੀ ਰਹੇਗੀ ਬਾਣੀ। ਸੋ ਅਸੀਂ ਬਾਣੀ 'ਚੋਂ ਵਿਚਾਰਾਂ ਕਰਨ ਦਾ ਸ਼ੌਂਕ ਪੈਦਾ ਕਰੀਏ। ਗੁਰੂ ਸਾਹਿਬ ਪੂਰੀ ਦੁਨੀਆ ਵਿੱਚ ਪੈਦਲ ਜਾਂਦੇ ਸਨ ਅਤੇ ਗੁਰੂ ਸਾਹਿਬ ਲੋਕਾਂ ਨਾਲ ਰੱਬ ਦੇ ਨਾਂ ਉੱਤੇ ਪਾਏ ਹੋਏ ਭੁਲੇਖਿਆਂ ਬਾਰੇ, ਉੱਪਰ ਸੋ ਕਾਲਡ ਰੱਬ ਦੇ ਬਦਲੇ, ਸਵਰਗ ਨਰਕ ਦੇ ਬਦਲੇ, ਜਨਮ ਮਰਨ ਦੇ ਬਦਲੇ ਲੋਕਾਂ ਨਾਲ ਸੱਚ ਦੀ ਗੱਲ ਕਰਨ ਜਾਂਦੇ ਸਨ। ਅਤੇ ਜਿੱਥੇ ਗੱਲ ਕਰਨ ਜਾਂਦੇ ਸਨ, ਜੇ ਉਹਨਾਂ ਨੂੰ ਪਤਾ ਲੱਗਦਾ ਸੀ ਇੱਥੇ ਧਾਰਮਿਕ ਵਿਚੋਲਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ, ਤਾਂ ਖੁੱਲ੍ਹੇ ਤੌਰ 'ਤੇ ਗੁਰੂ ਸਾਹਿਬ ਕਹਿੰਦੇ ਨੇ, ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਖਾਏ, ਜੋਗੀ ਜੁਗਤ ਨ ਜਾਣੇ, ਅੰਧ ਤੀਨੇ ਉਜਾੜੇ ਕਾ ਬੰਦ। ਸਾਡਾ ਉਜਾੜ ਹੋ ਜਾਂਦਾ ਹੈ, ਸਾਡਾ ਸਮਾਜ ਵਿਗੜ ਜਾਂਦਾ ਹੈ। ਸਾਡੇ ਗੁਰਦੁਆਰੇ ਅੰਦਰ ਸਿਸਟਮ ਜਦੋਂ ਇਹ ਚੱਲ ਹੀ ਪਿਆ ਕਿ ਸਾਡੇ ਗ੍ਰੰਥੀ ਸਾਹਿਬਾਨ ਹੋਣ, ਗੁਰਦੁਆਰੇ ਦੇ ਅੰਦਰ ਸੇਵਾਦਾਰ ਹੋਣ, ਸਾਡਾ ਇਹ ਸਿਸਟਮ ਚੱਲ ਪਿਆ ਕਿ ਗੁਰਦੁਆਰੇ ਅੰਦਰ ਰਾਗੀ ਜੱਥਾ ਹੋਵੇ, ਜੇ ਸਭ ਕੁਝ ਹੈ ਤਾਂ ਫਿਰ ਹੁਣ ਜੇ ਸਿਸਟਮ ਚੱਲ ਹੀ ਪਿਆ ਜਦਕਿ ਗੁਰਮਤਿ 'ਚ ਪ੍ਰਵਾਨ ਨਹੀਂ ਹੈ, ਪਰ ਜੇ ਸਿਸਟਮ ਚੱਲ ਪਿਆ ਤੇ ਅਸੀਂ ਉਹਨਾਂ ਨੂੰ ਵਧੀਆ ਤਨਖਾਹ ਦੇ ਕੇ, ਉਹਨਾਂ ਦਾ ਰਹਿਣ ਸਹਿਣ ਵਧੀਆ ਕਰਕੇ, ਉਹਨਾਂ ਦਾ ਏਅਰ ਕੰਡੀਸ਼ਨ ਕਮਰਾ ਬਣਾ ਕੇ, ਉਹਨਾਂ ਦੀ ਵਧੀਆ ਇੰਸ਼ੋਰੈਂਸ ਕਰਕੇ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਇੰਸ਼ੋਰੈਂਸ ਕਰਕੇ, ਉਹਨਾਂ ਦੀ ਹੈਲਥ ਇੰਸ਼ੋਰੈਂਸ ਕਰਕੇ ਉਹਨਾਂ ਨੂੰ ਬੇਨਤੀ ਕਰੀਏ ਤੁਸੀਂ ਵੱਧ ਤੋਂ ਵੱਧ ਬਾਣੀ ਖੋਜੋ ਔਰ 24 ਆਵਰਸ ਤੁਸੀਂ ਡਾਕਟਰ ਵਾਂਗੂ ਔਨ ਕਾਲ ਹੋ। ਆਸ-ਪਾਸ ਜਿਵੇਂ ਮੋਤੀ ਨਗਰ ਹੈ ਅਤੇ ਆਸ-ਪਾਸ ਦੇ ਲੋਕਾਂ ਨੂੰ ਤੁਸੀਂ ਕੇਟਰ ਕਰੋ, ਉਹਨਾਂ ਦੇ ਟੱਬਰਾਂ ਦੀ ਪ੍ਰੋਬਲਮਸ ਵਾਸਤੇ ਕਾਉਂਸਲਿੰਗ ਕਰੋ। ਉਹਨਾਂ ਦੇ ਟੱਬਰਾਂ ਦੇ ਵਿਚਕਾਰ ਨੂੰਹ ਸੱਸ ਦਾ ਝਗੜਾ ਹੈ, ਉਹਨਾਂ ਦੇ ਟੱਬਰਾਂ ਵਿੱਚ ਪਿਓ ਪੁੱਤਰ ਲੜਦੇ ਪਏ ਨੇ, ਉਹਨਾਂ ਦੇ ਟੱਬਰਾਂ ਵਿੱਚ 2 ਪੁੱਤਰਾਂ ਨੇ ਜ਼ਮੀਨ ਦੇ ਵਾਸਤੇ ਆਪਣੀ ਮਾਂ ਨੂੰ ਕਚਹਿਰੀ 'ਚ ਖੜਾ ਕੀਤਾ ਹੋਇਆ ਹੈ। ਤੁਸੀਂ ਭਾਈ ਸਾਹਿਬ ਜੀ ਉਹਨਾਂ ਕੋਲ ਪੈਸਾ ਇੱਕ ਨਹੀਂ ਲੈਣਾ, ਗੁਰਦੁਆਰਾ ਕਮੇਟੀ ਤੁਹਾਨੂੰ ਵਧੀਆ ਤਨਖਾਹ ਦੇਵੇਗੀ। ਤੁਸੀਂ ਬਾਣੀ ਖੋਜੋ, ਆਪਣੀ ਬਾਣੀ ਖੋਜ ਕੇ ਆਪਣਾ ਕਰੈਕਟਰ ਮੇਨਟੇਨ ਰੱਖੋ ਔਰ ਆਪਣਾ ਕਰੈਕਟਰ ਉੱਚਾ ਰੱਖ ਕੇ ਪੈਸੇ ਵੱਲ ਦੇਖਣ ਦੀ ਬਜਾਏ ਉਹਨਾਂ ਦੇ ਨਾਲ ਜੁਰਅਤ ਦੇ ਨਾਲ ਗੱਲ ਕਰ ਸਕੋ ਕਿ ਸੱਚ ਕੀ ਹੈ। ਇਸ ਤਰੀਕੇ ਦੇ ਸਾਨੂੰ ਅਮਰੀਕਾ ਜੈਸੀ ਜਗ੍ਹਾ ਦੇਖਦੇ ਹਾਂ, ਹਜ਼ਾਰਾਂ ਡਾਲਰ ਕਾਉਂਸਲਰ ਨੂੰ ਦੇਣੇ ਪੈਂਦੇ ਨੇ, ਲੋਕੀ ਆਪਣੇ ਝਗੜੇ ਨਿਪਟਾਉਣ ਜਾਂਦੇ ਨੇ। ਕ੍ਰਿਸਚੈਨਿਟੀ ਵਿੱਚ ਕਨਫੈਸ਼ਨ ਕੀਤਾ ਜਾਂਦਾ ਹੈ, ਪਰ ਸਾਡਾ ਕੋਈ ਸਿਸਟਮ ਹੀ ਨਹੀਂ ਹੈ। ਅਸੀਂ ਲਾਵਾਂ ਆਨੰਦ ਕਾਰਜ ਤੋਂ ਬਾਅਦ ਉਸ ਟੱਬਰ ਦੀ ਕੋਈ ਬਾਤ ਹੀ ਨਹੀਂ ਪੁੱਛਦਾ ਹੈ ਕਿ ਉਹ ਮੁੰਡੇ ਕੁੜੀ ਨਾਲ ਕੀ ਬੀਤੀ, ਉਹਨਾਂ ਦੇ ਸੱਸ ਸਹੁਰਾ ਨਾਲ ਕੀ ਬੀਤੀ, ਉਹਨਾਂ ਦੇ ਟੱਬਰਾਂ ਵਿੱਚ ਕੀ ਬੀਤ ਰਹੀ ਹੈ। ਸਾਡਾ ਕੋਈ ਐਸਾ ਸਿਸਟਮ ਨਹੀਂ ਹੈ। ਮੈਂ ਇੱਕ ਪਾਕਿਸਤਾਨ ਡਰਾਮਾ ਦੇਖਿਆ ਸੀ ਤਾਂ ਉਹਦੇ ਵਿਚਕਾਰ ਮੱਲਿਆਂ ਵਿਚਕਾਰ ਜਿਹੜੀ ਮਸਜਿਦ ਬਣੀ ਹੋਈ ਹੈ, ਦਿਹਾੜੀ ਲੋਕੀ ਜਾ ਕੇ ਕਾਜ਼ੀ ਦੇ ਨਾਲ ਗੱਲ ਕਰਦੇ ਨੇ, मेरा बेटा कहना नहीं मानता, मेरी बेटी कहना नहीं मानती, हमारे घर में शराब आ गई है, हमारे घर में तलाक का झगड़ा चल रहा है, हमारे घर में बुज़ुर्गों की इज़्ज़त नहीं की जाए, काजी जी समझाओ क्या किया जाए। काजी कुरान पढ़ता है, कुरान पढ़ के उन्होंने सुमत बख्शता है।
ਸਾਡੇ ਸਿਸਟਮ ਤੁਹਾਡੇ ਤੇ ਇੱਥੇ ਪ੍ਰਬੰਧਕ ਕਮੇਟੀ, ਤੁਹਾਡੇ ਇਸ ਮੋਤੀ ਨਗਰ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਕਮਾਲ ਕੀਤੀ ਹੈ। ਅਸੀਂ ਸੋਲਰ ਸਿਸਟਮ ਲਗਾ ਲਿਆ, ਮੈਨੂੰ ਅੱਜ ਉਹਨਾਂ ਨੇ ਦੱਸਿਆ। ਉਹਨਾਂ ਨੇ ਹੈਂਡੀਕੈਪਸ ਵਾਸਤੇ ਜੋ ਲੋੜਵੰਦ ਚੀਜ਼ਾਂ ਹੁੰਦੀਆਂ, ਵਾਕਰ ਤੋਂ ਲੈ ਕੇ ਵੀਲ ਚੇਅਰ ਤੋਂ ਲੈ ਕੇ, ਉਹਦਾ ਸਿਸਟਮ ਖੋਲ੍ਹਿਆ ਹੋਇਆ ਹੈ। ਕਿਤਨੇ ਹੁਣੇ ਬੱਚਿਆਂ ਨੂੰ ਅਵਾਰਡ ਦਿੱਤਾ, ਬੱਚਿਆਂ ਨੂੰ ਪੜ੍ਹਾਉਂਦੇ ਨੇ। ਤਾਂ ਐਸੀਆਂ ਕਮੇਟੀਆਂ ਥਾਂ ਥਾਂ, ਇਹਨਾਂ ਨੇ ਇਲੈਕਸ਼ਨ ਸਿਸਟਮ ਨੂੰ ਆਸਤਾ ਆਸਤਾ ਖਤਮ ਕਰਨ ਦੀ ਸੋਚ ਲਈ ਹੈ। ਇਹਨਾਂ ਦੇ ਇੱਥੇ ਇਹ ਵੀ ਨਹੀਂ ਹੈ ਕਿ ਜ਼ਬਰਦਸਤੀ ਕੋਈ ਸਾਰੀ ਉਮਰ ਬਣ ਕੇ ਪ੍ਰਧਾਨ ਬੈਠਾ ਰਹੇਗਾ। ਇਹ ਵਾਲੀਆਂ ਗੱਲਾਂ ਜਦੋਂ ਪ੍ਰਬੰਧਕ ਸੁਜਾਖੇ ਹੋ ਜਾਂਦੇ ਨੇ, ਉੱਥੇ ਗ੍ਰੰਥੀ ਔਰ ਸੇਵਾਦਾਰ ਜੀ ਔਰ ਰਾਗੀ ਜੀ ਵੀ ਸਿਆਣੇ ਆ ਜਾਂਦੇ ਨੇ, ਔਰ ਉੱਥੇ ਦੀ ਸੰਗਤ ਐਲੀਵੇਟ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਉੱਥੇ ਦੀ ਸੰਗਤ ਨੂੰ ਸਹਾਰਾ ਹੋ ਜਾਂਦਾ ਹੈ ਕਿ ਮੈਂ ਕਿੱਥੇ ਜਾਵਾਂ। ਬਰਾਦਰੀ ਵਿੱਚ ਕੌਣ ਮੇਰੀ ਬਾਂਹ ਫੜੇ, ਉਹ ਗੁਰੂ ਪਾਤਸ਼ਾਹ ਕੋਲ ਆਉਂਦੇ ਨੇ। ਫਿਰ ਮੈਂ ਸਾਂਝ ਕਰ ਲਵਾਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਉਣ ਨੂੰ ਸ਼ਰਨ ਨਹੀਂ ਕਹਿੰਦੇ ਨੇ। ਸਤਿਗੁਰ ਦੀ ਮੱਤ ਲੈ ਲਈਏ ਤਾਂ ਸਾਡੇ ਭਾਈ ਸਾਹਿਬ ਜੀ ਵੀ ਸਤਿਗੁਰ ਦੀ ਸ਼ਰਨ ਲੈ ਲੈਣਗੇ, ਔਰ ਜੋ ਅਸੀਂ ਵਿਚਾਰ ਕਰਾਂਗੇ ਸਤਿਗੁਰ ਦੀ ਮੱਤ ਦੀ ਵਿਚਾਰ ਨੂੰ ਲੈਣਾ ਸ਼ਰਨ ਕਹਿਲਾਂਦਾ ਹੈ, ਸ਼ਰਨ ਵਿੱਚ ਆਉਣਾ ਕਹਿਲਾਂਦਾ ਹੈ। ਸੋ ਅੱਜ ਦਾ ਸ਼ਲੋਕ 20ਵੀਂ ਅਸ਼ਟਪਦੀ ਦਾ ਸ਼ਲੋਕ ਹੈ, ਔਰ ਅਸੀਂ ਇਹਦੇ ਨਾਲ 8ਵਾਂ ਪਦਾ ਸਾਂਝ ਕਰ ਲਵਾਂਗੇ ਤਾਂ ਕਿ ਸਾਨੂੰ ਪੂਰਾ ਨਟਸ਼ੈਲੀ ਸਮਝ ਆਏ। ਫਿਰਤ ਫਿਰਤ ਪ੍ਰਭ ਆਇਆ। ਫਿਰਤ ਫਿਰਤ ਕੀ ਹੁੰਦਾ ਹੈ ਬਈ? ਮੈਂ ਫਰਜ਼ ਕਰੋ ਮੈਂ ਸਦਰ ਬਾਜ਼ਾਰ ਕੰਮ ਕਰਦਾ, ਸਾਰਾ ਦਿਨ ਮੈਂ ਸਦਰ ਬਾਜ਼ਾਰ ਗਿਆ ਸੀ, ਹੁਣ ਤੁਹਾਡੇ ਦਰ 'ਤੇ ਆਇਆ, ਇਹਨੂੰ ਨਹੀਂ ਕਹਿੰਦੇ ਨੇ। ਮੈਂ ਚਾਂਦਨੀ ਚੌਕ ਕੰਮ ਕਰਦਾ ਜਾਂ ਮੈਂ ਬਾਹਰਲੀ ਕੰਟਰੀਜ਼ ਅੰਦਰ ਜਾਂਦਾ, ਇਹਨੂੰ ਫਿਰਤ ਫਿਰਤ ਨਹੀਂ ਕਹਿੰਦੇ ਨੇ। ਜਦੋਂ ਅਸੀਂ ਜਪਜੀ ਸਾਹਿਬ ਪੜ੍ਹਿਆ ਸੀ ਤਾਂ ਜਪਜੀ ਸਾਹਿਬ ਪੜ੍ਹਦਿਆਂ ਵਿਚਾਰ ਕਰਦਿਆਂ ਅਸੀਂ ਇੱਕ ਲੜੀਵਾਰ ਸਮਝ ਰਹੇ ਸੀ ਕਿ ਮੇਰੇ ਮਨ ਦੀ ਗੱਲ ਚੱਲ ਰਹੀ ਹੈ, ਕੁੜਿਆਰ ਤੋਂ ਸਚਿਆਰ ਕਿਵੇਂ ਬਣੀ ਹੈ। ਤੁਸੀਂ ਖੁਦ ਪੜ੍ਹਨਾ ਜਾਂ ਸਾਡੀ ਪੁਸਤਕ ਹੈ ਸਚਿਆਰਾ ਕਿਵੇਂ ਬਣੀ ਹੈ, ਜਾਂ ਉਹ ਪੈਨ ਡਰਾਈਵ, ਉਹਨੂੰ ਧਿਆਨ ਨਾਲ ਸੁਣਨਾ। ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਦੇ ਨਾਲ ਸਹਿਮਤ ਹੋਵੋ, ਜ਼ਰੂਰੀ ਨਹੀਂ ਹੈ ਕਿ ਉਹ ਫਾਈਨਲ ਵਰਡਸ ਨੇ ਔਰ ਅਸੀਂ ਅਲਟੀਮੇਟ ਅਰਥ ਕਰ ਦਿੱਤੇ ਨੇ, ਪਰ ਤੁਸੀਂ ਇਹ ਸੋਚੋ ਕਿ ਜਪਜੀ ਦੇ ਅੰਦਰ ਕਹਿ ਰਹੇ ਨੇ ਕੁੜਿਆਰ ਤੋਂ ਸਚਿਆਰ ਕਿਵੇਂ ਬਣੀ ਹੈ। ਇਹ ਸਵਾਲ ਪੈਦਾ ਕੀਤਾ ਗਿਆ ਹੈ, ਔਰ ਸਚਿਆਰ ਬਣਨ ਵਾਸਤੇ ਕਿਹਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕੁੜਿਆਰ ਤੋਂ ਸਚਿਆਰ ਬਣਨ ਦੀਆਂ 38 ਪੌੜੀਆਂ ਮੇਰੇ ਮਨ ਕੁੜਿਆਰ ਬਾਰੇ ਚੱਲ ਰਹੀਆਂ, ਉਹਨੂੰ ਸਚਿਆਰ ਬਣਾਉਣ ਬਾਰੇ। ਇਹਦਾ ਮਤਲਬ ਕੁੜਿਆਰ ਤੋਂ ਸਚਿਆਰ ਬਣਨ ਵਾਲੇ ਮਨ ਨੂੰ ਸਮਝਾਇਆ ਜਾ ਰਿਹਾ। ਅਨੇਕਾਂ ਪਤਾਲਾਂ ਵਾਲੇ ਮਨ ਦੇ ਖਿਆਲ ਵੀ ਆਉਂਦੇ ਨੇ, ਅਨੇਕਾਂ ਚੰਗੇ ਖਿਆਲਾਂ ਵਾਲੇ, ਲੱਖਾਂ ਆਗਾਸਾਂ ਵਾਲੇ ਚੰਗੇ ਖਿਆਲ ਵੀ ਆਉਂਦੇ ਨੇ, ਔਰ ਭੈੜੇ ਖਿਆਲ ਪਤਾਲੀ ਖਿਆਲ ਵੀ ਆਉਂਦੇ ਨੇ। ਤਾਂ ਪਤਾਲਾ ਪਤਾਲ, ਲੱਖ ਆਗਾਸਾਂ ਆਗਾਸ ਦੇ ਅਰਥ ਆਪਣੇ ਤੇ ਟੁੱਕ ਜਾਣਗੇ। ਵਰਨਾ ਜਿਹੜਾ ਕੁੜਿਆਰ ਤੋਂ ਸਚਿਆਰ ਬਣ ਰਿਹਾ ਉਹਨੂੰ ਕਹੀਏ ਤੈਨੂੰ ਪਤਾ ਇੱਕ ਧਰਤੀ ਹੈ, ਉਹ ਕਹੇਗਾ ਇੱਕ ਧਰਤੀਆਂ ਨੇ, ਇੱਕ ਧਰਤੀਆਂ ਨੇ, ਇਹਦੇ ਨਾਲ ਮੈਂ ਕੀ ਲੈਣਾ। ਫਿਲਹਾਲ ਤੇ ਮੈਂ ਕੁੜਿਆਰ ਹਾਂ, ਮੈਨੂੰ ਸਚਿਆਰ ਬਣਾਓ। ਇਸ ਤਰ੍ਹਾਂ ਜਪਜੀ ਸਾਹਿਬ ਵਿੱਚ ਅਸੀਂ ਜਦੋਂ ਅੰਦਰ ਦੀ ਵਿਚਾਰ ਕਰਦੇ ਜਾਵਾਂਗੇ ਤਾਂ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਦੂਜੀ ਪੌੜੀ ਸ਼ੁਰੂ ਹੋਈ। ਹੁਕਮੀ ਹੋਵਨ ਆਕਾਰ, ਇਹ ਬਾਹਰਲੇ ਆਕਾਰਾਂ ਦੀ ਗੱਲ ਨਹੀਂ ਕੀਤੀ ਜਾ ਰਹੀ। ਮੇਰੇ ਅੰਦਰ ਚੰਗੇ ਚੰਗੇ ਗੁਣਾਂ ਦੇ ਆਕਾਰ ਬਣਦੇ ਨੇ ਜਦੋਂ ਮੈਂ ਹੁਕਮ ਰਜ਼ਾ ਵਿੱਚ ਰਹਿੰਦਾ ਹਾਂ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ। ਮੈਂ ਬਿਆਨ ਨਹੀਂ ਕਰ ਸਕਦਾ ਕਿ ਰੱਬ ਜੀ ਨੇ ਮੇਰੇ ਤੇ ਕਲਾ ਕਿਵੇਂ ਵਰਤਾਈ। ਹੁਕਮੀ ਹੋਵਨ ਜੀ, ਇਹ ਹੁਕਮੀ ਹੋਵਨ ਜੀ, ਇਹ ਬਾਹਰਲੇ ਕੁੱਤੇ ਬਿੱਲੀਆਂ ਦੀ ਗੱਲ ਨਹੀਂ ਚੱਲ ਰਹੀ। ਹੁਕਮੀ ਹੋਵਨ ਜੀ ਦਾ ਮਤਲਬ ਹੁੰਦਾ ਹੈ ਮੇਰੇ ਜਿਹੜੇ ਅੰਦਰ ਜੀਆਂ ਜਾਨਤਾਂ ਵਾਲੇ, ਜਾਨਵਰਾਂ ਵਾਲੇ ਬੈਡ ਹੈਬਿਟਸ ਆ ਗਏ ਸੀ, ਉਹ ਸਾਰੇ ਹੁਕਮ ਵਿੱਚ ਆ ਜਾਂਦੇ ਨੇ। ਜਦੋਂ ਹੁਕਮ ਵਿੱਚ ਆ ਜਾਂਦੇ ਨੇ, ਨਿਯਮ ਵਿੱਚ ਆ ਜਾਂਦੇ ਨੇ, ਮੈਂ ਇਨਸਾਨੀਅਤ ਦਾ ਪੂਰਾ ਜਾਮਾ ਧਾਰਨ ਕਰਨ ਯੋਗ ਹੋ ਜਾਂਦਾ। ਵਰਨਾ ਮੈਂ ਦੇਖਣ ਵਿੱਚ ਇਨਸਾਨ ਲੱਗਦਾ ਪਰ ਮੈਂ ਇਨਸਾਨ ਨਹੀਂ ਹਾਂ। ਉਹਨੂੰ ਕੀ ਕਹਿੰਦੇ ਨੇ ਸੁਖਮਨੀ ਸਾਹਿਬ ਵਿੱਚ, ਕਰਤੂਤ ਪਸ਼ੂ की देखने में तो इंसान लगता है पर करतूतें पशुओं वाली करता है। पर पशुओं को अगर काबू करना आ जाए, हुक्मी होवन जी, ਇਹ ਬਾਹਰਲੇ ਜੀ ਜੰਤ ਹੁਕਮ ਵਿੱਚ ਬਣੇ ਨੇ, ਉਹਨਾਂ ਦੀ ਗੱਲ ਨਹੀਂ ਚੱਲ ਰਹੀ। ਜਦੋਂ ਅੰਦਰ ਦੇ ਜੀ ਜੰਤ ਠੀਕ ਹੋ ਜਾਂਦੇ ਨੇ, ਉਹਨੂੰ ਕਹਿੰਦੇ ਨੇ 84 ਲੱਖ ਜੂਨ ਉਪਾਈ। ਮੇਰੇ ਅੰਦਰ ਦੀ ਜਿਹੜੇ ਭੈੜੇ ਭੈੜੇ ਖਿਆਲਾਂ ਵਾਲੇ, ਕੁੱਤੇ ਬਿੱਲੀ ਸੱਪ ਵਾਲੇ ਸੁਭਾਅ ਬਣ ਗਏ ਸਨ, ਉਹਨਾਂ ਨੂੰ ਸੁਮਤ ਦਿੱਤੀ ਗਈ। ਰਿਜ਼ਕ ਦਿਆ ਸਭੂ ਕੋ ਤਦਕਾ, ਉਹਨਾਂ ਨੂੰ ਸੰਤੋਖ ਦਾ ਰਿਜ਼ਕ ਦਿੱਤਾ ਗਿਆ। ਹੁਕਮੀ ਹੋਮ ਜੀ, ਹੁਕਮ ਮਿਲਿਆ ਵਡਿਆਈ। ਇਸ ਤਰ੍ਹਾਂ ਹੀ ਅਸੀਂ ਇੱਕ ਪੜ੍ਹਦੇ ਹਾਂ ਸ਼ਬਦ, ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ। ਬਹੁਤੇ ਫੇਰ ਪਏ ਦਾ ਕੀ ਮਤਲਬ ਹੁੰਦਾ ਹੈ? ਮੈਂ ਪਿਛਲੇ ਜਨਮੋਂ में कुत्ता बिल्ली था, ਇਹ ਗੁਰਮਤ ਦਾ ਕੌਨਸੈਪਟ ਨਹੀਂ ਹੈ।
ਬਹੁਤੇ ਫੇਰ ਪਏ ਕਿਰਪਨ ਕੋ ਦਾ ਮਤਲਬ ਹੁੰਦਾ ਹੈ ਮੈਂ ਬਹੁਤੇ ਜੀਆਂ ਜਨਤਾ ਜਾਨਵਰਾਂ ਵਾਲਾ ਜੀਵਨ ਇਸੇ ਆਪਣੀ ਲਾਈਫ ਦੇ ਅੰਦਰ ਪਲ ਪਲ ਰੋਜ਼ ਜੀਂਦਾ ਹਾਂ। ਮਨ ਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ, ਮੈਂ ਰੋਜ਼ ਪਲ ਪਲ ਦੂਸਰੇ ਜਨਮ ਧਾਰਦਾ ਹਾਂ। ਉਹਨੂੰ ਕਹਿੰਦੇ ਨੇ ਬਹੁਤੇ ਫੇਰ ਪਏ। ਮੈਨੂੰ ਪਤਾ ਹੀ ਨਹੀਂ ਲੱਗਦਾ, ਪਤਾ ਨਹੀਂ ਕਿਸ ਵੇਲੇ ਮੇਰਾ ਮੂਡ ਚੇਂਜ ਹੋ ਜਾਂਦਾ, ਪਤਾ ਨਹੀਂ ਕਿਸ ਵੇਲੇ ਮੈਂ ਕੁੱਤੇ ਦੀ ਐਕਟਿੰਗ ਕਰਨੀ ਸ਼ੁਰੂ ਕਰ ਦਿੰਦਾ, ਪਤਾ ਹੀ ਲੱਗਦਾ ਮੈਨੂੰ ਕ੍ਰੋਧ ਆ ਜਾਂਦਾ ਹੈ, ਪਤਾ ਹੀ ਲੱਗਦਾ ਮੈਂ ਸਾਂਡ ਵਾਂਗੂ ਸਿੰਘ ਫਸਾ ਕੇ ਬਹਿਸਾਂ ਕਰਨੀਆਂ ਸ਼ੁਰੂ ਕਰ ਦਿੰਦਾ, ਕਦੋਂ ਮੈਂ ਬਾਦ ਵਿਵਾਦ ਵਿੱਚ ਪੈ ਦਿੰਦਾ, ਪਤਾ ਹੀ ਨਹੀਂ ਲੱਗਦਾ ਕਦੋਂ ਮੈਂ ਸਟੱਬਨ ਹੋ ਜਾਂਦਾ ਕਿ ਮੈਂ ਕੁਝ ਸਿੱਖਣਾ ਹੀ ਨਹੀਂ, ਉਸ ਵੇਲੇ ਮੈਂ ਖੋਤੇ ਦੀ ਜੂਨ ਹੋ ਜਾਂਦਾ। ਔਰ ਮੈਨੂੰ ਕੁਛ ਹੀ ਨਾ ਪਤਾ ਹੋਵੇ ਔਰ ਫਿਰ ਵੀ ਮੈਂ ਹੰਕਾਰ ਕਰਾਂ ਮੈਨੂੰ ਸਭ ਕੁਝ ਪਤਾ ਹੈ। ਉਹਨੂੰ ਕਹਿੰਦੇ ਨੇ नानक सेनर असल खर, वो असली खर खोते होते हैं जो बिन गुण गर्भ करंत, जिन्हों को गुण कोई भी नहीं है फिर भी बोल के गल्लां कर करके अपनी मन मर्जी करते हैं और अपने आप को धर्मी जितलाते हैं। बहुते फेर पे किरपन को, जो बहुते बहुत जन्म बिछड़े थे माधो, वो जन्म की होंदा है। मैं मेरा नाम भुपिंदर सिंह है और जे मैं 60 साल का हो गया तो अपने 60 साल के हर पाल मैं कितने जूनिया वाले जन्मां दी एक्टिंग वाला सुभाव करदा हाँ। बहुत जन्म विछड़े थे माधे, असी विछड़ते कदों हाँ जदों असी सच दा पल्ला छड्डदे हाँ। सच दा पल्ला छड्डण सार साडा की हुंदा है, एक कड़ी ना मिलते तां कलयुग होता। सच दा पल्ला छड्डण सार असी आत्मक तौर ते एकदम मर जाते हाँ। नानक जित वेला विसरै मेरा स्वामी तित वेला मर जाए जियो मेरा, उसी वेले मर जाते हैं। और जो ही मरते हैं दूसरी जूनियों का जीवन अपना लेते हैं। इनू फिरत फिरत प्रभाया कहते हैं। मैं रोज बहुत भटकता हूं, मैं अंदर ही सप वांगू जहर उगलदा हाँ। मैं अंदर ही दो मुँह सप बन के दोनों पासे अटैक करदा हाँ। मैं दो भरावां नूं लड़ा दिंदा हाँ। मैं लोकां दे नाल डिसहारमनी करा दिंदा हाँ। मैं दराणी जठाणी नूं लड़ा दिंदा हाँ। पर जे मैं दराणी जठाणी मिल जावां तां दराणी जठाणी चों किसी एक दी सस नाल बनदी होए तां मैं उहदे कंन भर के उहनूं सस दे नाल लड़ा दिंदी हाँ। दो मुँह सप वाला जीवन। और फिर सस के सामने जाके मैं हिपोक्रेटी वाली क्रिस्क वाली बगले वाली एक्टिंग कर दिया, माता जी मैं ते तुहाडी बड़ी वफादार हाँ, वो दूजी पैड़ी होएगी। इस तरह असी अपने जीवन विच पल पल जिहड़े रूप बोत बदलते हाँ। कबीर साहब कहते हैं जो मैं रूप किए बो तेरे अब फून रूप ना होई। मैं बड़े रूप बदलदा सी, ਜਿਹੜੇ रूप असी बदलते हैं इन्हां नूं बाणी विच कहंदे ने ऐसे घर हम बहुत बसाए। जिन्हां लोकां नूं इह गल समझ आ जाती है वो गुस्सा करके अपना काम नहीं कढांदे ने। आम तौर पर देखने च मिलता है ज़्यादातर घरां विच पति डोमीनेटिड है तो वह अपनी पत्नी कोलों बच्चों कोलों नौकर कोलों गुस्सा करके काम कढांदा है। जिस घरां विच पत्नी डोमीनेट कर जाती है वो उच्चा बोलती है, सस विचारी डर जाती है, पति भी चुप कर जाता है, बच्चे भी कहते हैं मम्मी अब बुड़ बुड़ करेगी, रोटी जला देगी या सिर पे हाथ रख के बोलेगी सिर दर्द हो गया, मायके चली जाएगी, छोड़ो यार इसको क्या रुसाना है, सारे डर जाते हैं। क्रोध, जिन्होंने क्रोध करके काम कराने की आदत हो जाती है, दे लूज द लव, दे गेट द वर्क डन, काम हो जाता है बट दे लूज द लव। मैं एक अमेरिकन मूवी देखी सी, तुसी दुनिया भर दे राजे बन सकते हो, लोगों को डोमीनेट कर सकते हो, कामयाब हो जाओगे, अपना काम करा लोगे, तुहाडी सब जगह चलेगी, लोग तुहाडे कोल थर थर कंब के डरनगे। पर ये सब कुछ करदियां होया तुसी लूज की करोगे? चैन। लूज की करोगे? लव। लूज की करोगे? हारमनी। सो जदों असी इस तरीके दे नाल क्रोध दे नाल करते रहते हैं सानू आदत पै जाती है, असी घर भी क्रोध करते हैं। जे साडी कोई गलती ते हाथ रखे असी उच्चा बोलना शुरू कर देंगे हैं, असी रुस जाते हैं, असी रोटी नहीं खाते हैं, जाओ मैं नहीं खाता, जाओ मैं जा रहा हूँ, मैं नहीं बात करता, मैं रात को घर नहीं आऊँगा, मैं मर जाऊँगा, मैं गोली खा लूँगा, तेरा नाम लिख दूँगा। इस तरह करते हैं ना क्रोध।
ਜਿਨ੍ਹਾਂ ਨੂੰ ਕ੍ਰੋਧ ਕਰਕੇ ਕੰਮ ਕਰਾਉਣ ਦੀ ਆਦਤ ਹੋ ਜਾਂਦੀ ਹੈ, ਉਹਨਾਂ ਦੇ ਆਸ-ਪਾਸ ਵਾਲੇ ਡਰ ਕੇ ਕੰਮ ਤੇ ਕਰ ਦਿੰਦੇ ਹਨ, ਪਰ ਉਹਨਾਂ ਨੂੰ ਨਹੀਂ ਪਤਾ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਭਾਵੇਂ ਪਤੀ ਹੈ ਭਾਵੇਂ ਪਤਨੀ ਹੈ। ਫਿਰ ਇਹ ਵਾਲਾ ਕੰਮ ਅਸੀਂ ਨੌਕਰਾਂ ਦੇ ਨਾਲ ਕਰਦੇ ਹਾਂ, ਡਰਾਈਵਰ ਦੇ ਨਾਲ ਕਰਦੇ ਹਾਂ, ਰਿਕਸ਼ੇ ਟਾਂਗੇ ਵਾਲੇ ਨਾਲ ਕਰਦੇ ਹਾਂ, ਸਬਜ਼ੀ ਵਾਲੇ ਛਾਬੇ ਨਾਲ ਕਰਦੇ ਹਾਂ, ਆਪਣੇ ਗਲੀ ਦੇ ਚੌਕੀਦਾਰ ਨਾਲ ਕਰਦੇ ਹਾਂ। ਫਿਰ ਇਹ ਕੰਮ ਅਸੀਂ ਆਪਣੀ ਦੁਕਾਨ ਤੇ ਆਪਣੀ ਫੈਕਟਰੀ ਵਿੱਚ ਕਰਦੇ ਹਾਂ, ਸਾਰਿਆਂ ਨੂੰ ਗੁੱਸਾ ਕਰ ਕਰਕੇ। एक ने मनु क्या, वीर जी आप तो ऐसे बोल रहे हो, आप तो अमेरिका में रहते हो ना, वहाँ तो लोग बड़े पंक्चुअल होते हैं, बड़े टाइम पे सारा काम कर देते हैं। यहाँ तो फैक्ट्री में ना जब तक नौकरों को गाली ना निकालनी पड़े तब तक नौकर काम नहीं करते। मैंने बेनती की थी तुम काम करा लो, गाली निकाल के करा लो, क्रोध करके कर लो, लेकिन जहाँ कहीं तुम्हारा काम तुम्हारे ढंग से ना हुआ और तुम्हारे लाखों करोड़ों का नुकसान होता हुआ, उस टाइम तुम क्रोध को यूज़ करोगे, नस फट जाएगी। फिर ये जो करोड़ों क्रोध करके करोड़ों कमाया, इनसे नस जुड़ेगी नहीं, ब्रेन हैमरेज हो जाएगा, पैरालाइज हो जाएगा, हार्ट फेल हो जाएगा, ब्लड प्रेशर दी 2 गोलियां खानियां पैन गया, दिन रात शुगर बढ़ जाएगी। ए रूप वटाना, बहुत जन्म बिछड़े थे माधो। जिन्हों अपने ये पल पल दे रूप वटाण दी गल समझ आ जाती है ना, वो इस अवस्था च पहुँचता है और पहुँच के कहता है कि बई मैं तो बगला भगती विच पिया सी, मनु सुमत बख्शो। फिरत फिरत प्रभ आया। सत्संग जी हुण जे असी गुरु नानक साहब की फोटो लगा लीए और वो सामने गए परया तो शरनाए, ये कुछ नहीं होता। एक बंदा बाहर मनु कहता है, वीर जी देखो तुसी अपने लैक्चरां विच शराब के अगेंस्ट बोलते हो, मैं शराब पींदा मनु चढ़ती नहीं है। मैं क्या क्यों नहीं चढ़ती? उन्हें अपना इत्थों पॉकेट चों फोटो कड्डी, ए गुरु नानक दी फोटो पॉकेट अंदर रख दिया और मैनू नहीं चढ़ती। कितना भुलेखा, गले में गुरु नानक की फोटो टांग ली, भुलेखा। ये गुरु नानक जी की फोटो है भी कि नहीं पता नहीं है। मैं तो ये सोच रहा कि इंडिविजुअल बंदा अपने घरों मूर्ति नहीं हटा पा रहा, इंडिविजुअल बंदा अपने घरों फोटो नहीं हटा पा रहा, तो ऐसिया सुजाखियाँ कमेटियाँ कह दें लो जी ये सारा मोती नगर है, अपने घर से जितनी गुरुओं की फ़ोटो हैं ये सारियाँ फेक हैं, हमने तो गुरु ग्रंथ साहब से जोड़ना है, हमने गुरु ग्रंथ साहब की सुमत वाली शरण लेनी है, तो आओ ये फ़ोटोओं से छूटे। तुम इनको नहीं छोड़ पा रहे, तुम ये गुरु नानक की 100 कार्ड पित्तल वाली और सिल्वर की जो मूर्तियों से जुड़ गए हो या सोने वाली से जुड़ गए हो, ये तुम इनसे नहीं गेट रीड हो पा रहे, हमारे इधर ले आओ, हम तुमको गेट रीड करा देंगे। सानू समझ नहीं आई, असी उल्टा काम शुरू कर दिता जी, तुहाडे घर जिहड़ी पुरातन बीड़ है वो लै आओ, असी उसका संस्कार कर देंगे। कितनी गलत गल है। लोकी एंटीक समझ के चीज़ां रख लेंदे सन, असी पुरातन बीड़ा का संस्कार करी जा रहे हैं। सानू बीड़ा चो खोज करनी है, होना चाहिए ऐसा पंथ वधिया काम करे कि जितनियां पुरातन बीड़ा ने उन्होंने प्रिजर्व करे। असी मनोहर सिंह मार्को जी के घर जाके देखा, उन्होंने लैमीनेटेड कराई हुई पुरानियां बीड़ा। मैं उन्होंने नाल 436 बीड़ा ते हस्तलिखत पुरातन बीड़ा ते काम किया। मैं देख के हैरान रह गया। उन्होंने इंडिया और अमेरिका उन्होंने लैमीनेट कराया होया पुरातन बीड़ा नूं, उन्होंने फायर प्रूफ किया होया और उन्होंने माइक्रोफिल्म के अंदर प्रिजर्व किया होया है। पंथ दे अंदर ऐसी सेवा नहीं कर रहे, नुकसान कर रहा पुरातन बीड़ा का संस्कार करके। संस्कार करना ही है तो असी ना मूर्तियां का और 100 कार्ड फोटोआं का करिए। असी अपने गले अंदर जड़ियाँ फोटोआं टंगियां हुई हैं और जेडे लॉकेट बना बना के टंगते हैं, गुरु पातशाह कहते ने घर में ठाकर नज़र ना आवे, गल में पाहन लै लटकावे। असी किहड़े चक्करां विच पे होए हां? असी बिल्कुल भी सतगुर की शरण नहीं लई है। जे सतगुर की शरण लईए तो गुरु साहब कह रहे हैं, माई गोविंद पूजा कहाँ ले चराओ, माई गोविंद पूजा कहाँ ले चराओ, अवर न फूल अनूप न पाओ, अवर न फूल अनूप न पाओ, माई गोविंद पूजा कहाँ ले चराओ।
दूध तब बछरे थनु बिटारियो, दूध तब बछरे थनु फूल भंवर जल मीन बिगाड़ियो, फूल भंवर जल मीन बिगाड़ियो, फूल भंवर जल मीन बिगाड़ियो, माई गोबिंद पूजा कहाँ ले चरा। जिन्हां नूं गुरु साहब की शरण लैनी है वो गुरु साहब की शरण लैके ये वाले शब्द रविदास जी तो समझणगे कि पूजा वास्ते कुछ भी नहीं चढ़ाना हुंदा। इस शब्द ही कहते तन मन अर्पो पूज चढ़ावो, अपनी मन की सोच नूं इत्थे अर्पण कर दे। पर असी की करना शुरू कर दिता, अनमतिया वांगू दुध दे नाल थड़े धोने शुरू कर दिते। गुरु सानू समझांदा अकली साहब सेवी है, अकली पाइए मान, अकली पढ़ के बुझिए, अकली कीचे दान। असी कीमती दुध लिया के उहदे नाल गुरुद्वारियां दे थड़े धो रहे हां। पाती तोरे मालनी पाती पाती जी वो शब्द असी समझिया तो उहदे अंदर असी सोच सुन रहे हाँ कि इस कायनात में फुल लगे हुए ने तो असी फुल तोड़ के इत्थे चढ़ान रहे हाँ। सारे गुरुद्वारियां भी साडी प्रैक्टिस चल रही है, फुल चढ़ा रहे हैं, दूध नाल धो रहे हैं, पानी नाल धोन नूं सच समझ रहे हैं। गुरु साहब कह रहे हैं फूल भंवर जल मीन बिगाड़ो, फुल भंवरे ने जूठा कर दिता है, पानी मीन ने जूठा कर दिता है, दूध तो बछरे थनों बिटा रहे हो, दूध बच्चे ने जूठा कर दिता है। कोई भी चीज़ तो सुची नहीं है, तू चढ़ाई की सकता है रब नूं, तू कुछ नहीं चढ़ा सकता। इसका मतलब गुरमत में पूजा अर्चा करते टाइम भगवान जी को कुछ भी नहीं चढ़ाना, कुछ भी नहीं चढ़ाना तो सैटरडे काले छोले भी नहीं चढ़ाने, कुछ भी नहीं चढ़ाना तो कभी भी बूंदी और बर्फी नहीं चढ़ानी, कुछ भी नहीं चढ़ाना। तो गुरुद्वारे में कड़ा प्रसाद क्यों होता है? कड़ा प्रसाद तो इसलिए होता है कि सबको इक्वलिटी सिखाने के लिए। आनंद पिया मेरी माए, सुखी हो दुखी हो खुश हो गमी है जो मर्जी है, इक्वलिटी सिखाने वास्ते। और जिहड़ा असीं बाबा जी दे थल्ले कटोरी रखते हैं वो बाबा जी नूं भोग नहीं लाते हैं, उन्होंने बाबा जी नहीं खाते ने, शब्द गुरु नहीं खाता है। ना शब्द गुरु नूं ठंड लगती है, ना शब्द गुरु नूं एयर कंडीशन करन दी लोड़ पैंदी है, ना शब्द गुरु नूं कंबल ओढ़न दी लोड़ पैंदी है। पर असीं सब जगह सर्दियां च कंबल ओढ़ने शुरू कर दिते हन। परिया तो शरनाए नहीं किता, कंबल ओढ़ने शुरू करते हैं। गर्मी आई है एयर कंडीशन ला दिता है। अपनी बुजुर्ग माता या सस नूं पक्खा झोलन नूं तैयार नहीं, उत्थे 24 घंटे पक्खा या एयर कंडीशन या कूलर ला दिंदे आ। ये गुरमत कॉन्सैप्ट नहीं ने जो असी गलत प्रैक्टिसिस करी जा रहे हैं। सुखासन करन लगे हैं या प्रकाश करन लगे हैं तू वजाई जा रहे हैं, गुरमत नहीं है ये। था ते तू वजा के टल खड़का रहे हैं, गुरमत नहीं है। अपने बारे सोच फिरत फिरत प्रभ आया, परया तो शरनाए मनु सुमत बख्शो, काइंडली ग्रांट मी योर विजडम। सारा सिख जगत 550 साल मना रहा है, इधरों सारा कुछ असी घाटे वाल जाई जा रहे हैं। अग्गा दौड़ पिछा चौड़, असी कितने भुलेखे विच पे होए हैं। फिरत फिरत प्रभ आया, परया तो शरनाए, मैं तुहाडी शरण आया। शरण का मतलब की होंदा है? मेरे अंदर दे जानवर काबू कर दिओ। जिस तरह जानवर राती बंध देंदे ने ना बल्लियां दे विचकार, इस तरह अपनी हथ अपनी सुमत अपनी अक्ल दे के मेरे जानवर नियंत्रित कर दिओ। इनू कहते हैं शरण लेना, शरण विच आना। बैल शरण में आ गया, बैल सच के ऊपर चलता है। सब जगह जिथे जाइए जगत में तिथे अरसाई रब जी नूं हाजिर नाजर समझ के मैं अपने अंदर दे जानवर काबू करके रखा, मैनू सुमत बख्शो। फिर तो अब आया परया तो शरनाए, नानक की प्रभ बेनती, मेरी बेनती है अपनी भक्ति लाए। भक्ति की है मेरे अवगुणा तो मैनू छुड़ा लो, बेनती की है अवगुणा तो छुड़ा लो, भक्ति की है मनु चंगे गुण बख्श दो। इस श्लोक के अर्थ ने। और जो चंगे गुण प्राप्त हो जाते हैं, इस अष्टपदी का आखिरी पदा
ਆਖਰੀ ਪਦ 'ਚ ਕਹਿੰਦੇ ਨੇ ਸਰਬ ਬੈਕੁੰਠ ਮੁਕਤ ਮੁਖ ਪਾਏ। ਲੋਕੀ ਮਰਨ ਤੋਂ ਬਾਅਦ ਵਾਲੇ ਬੈਕੁੰਠ ਦੀਆਂ ਗੱਲਾਂ ਕਰਦੇ ਨੇ। ਕਬੀਰ ਸਾਹਿਬ ਕਹਿੰਦੇ ਨੇ ਕਹੋ ਕਬੀਰੇ ਕਹੀਏ ਗਾਏ ਸਾਧ ਸੰਗਤ ਬੈਕੁੰਠ ਹੈ। ਜਦੋਂ ਮੈਂ ਸੱਚ ਦੀ ਸੰਗਤ ਕਰਦਾ ਨਾ, ਸੱਚ ਦੀ ਸੰਗਤ ਕੀ ਹੁੰਦਾ? ਸਤਿਗੁਰ ਕੀ ਬਾਣੀ ਦੀ ਵਿਚਾਰ। ਸਤ ਸੰਗਤ ਸਤਿਗੁਰ ਛਟਸਾਲ ਹੈ। ਸਤਿਗੁਰ ਦੀ ਗੱਲ ਨੂੰ ਸੁਣਨਾ ਔਰ ਉਸ ਦੇ ਨਾਲ ਜੁੜੇ ਰਹਿਣਾ। ਸਤਿਗੁਰ ਬਾਝੋਂ ਸੰਗਤ ਨਾ ਹੋਈ। ਸਤਿਗੁਰ ਦੀ ਸੰਗਤ ਜਿੱਥੇ ਵੀ ਰਹੀਏ, ਸਤਿਗੁਰ ਦੀ ਸੰਗਤ। ਸਰਬ ਬੈਕੁੰਠ ਮੁਕਤ ਮੁਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਜਦੋਂ ਮੇਰਾ ਮਨ ਅੱਖ ਤੇ ਪਲਕ ਝਪਕਣ ਜਿੰਨੀ ਵੀ ਸਮੇਂ ਦੇ ਅੰਦਰ ਇਸ ਗੱਲ ਨੂੰ ਸਮਝ ਜਾਂਦਾ ਹੈ ਨਾ, ਤਾਂ ਮਾਨੋ ਸਰਬ ਬੈਕੁੰਠ ਦੀ ਮੁਕਤ ਅਵਸਥਾ ਪ੍ਰਾਪਤ ਹੋ ਗਈ। ਸਰਬ ਬੈਕੁੰਠ ਮੁਕਤ ਮੁਖ ਪਾਏ। ਜਿਨ੍ਹਾਂ ਨੂੰ ਇਹ ਗੱਲ ਸਮਝ ਆ ਜਾਏਗੀ ਉਹ ਕਦੇ ਵੀ ਭਾਈ ਸਾਹਿਬ ਜੀ ਕੋਲੋਂ ਅਰਦਾਸ ਨਹੀਂ ਕਰਾਂਗੇ ਮਰਨੇ ਕੇ ਬਾਅਦ ਬੈਕੁੰਠ ਜਾਂ ਸਵਰਗ ਜਾਂ ਰੱਬ ਜੀ ਦੇ ਚਰਨਾਂ 'ਚ ਨਿਵਾਸ ਬਖਸ਼ੋ। ਜਦੋਂ ਸਾਨੂੰ ਜੀਂਦੇ ਜੀ ਬੈਕੁੰਠ 'ਚ ਰਹਿਣਾ ਆ ਜਾਏਗਾ ਨਾ, ਜੀਂਦੇ ਜੀ ਸੱਚ ਦੀ ਸੰਗਤ 'ਚ ਰਹਿਣਾ ਆ ਜਾਏਗਾ, ਸਾਨੂੰ ਮਰਨ ਤੋਂ ਬਾਅਦ ਸਾਡੀ ਇਹ ਅਰਦਾਸ ਚੇਂਜ ਹੋ ਜਾਏਗੀ। ਅੱਜ ਜਿਹੜੇ ਗੁਰਦੁਆਰਿਆਂ ਵਿੱਚ ਕੀਤੀ ਜਾ ਰਹੀ ਹੈ ਜਾਂ ਜੋ ਲੋਕੀ ਕਰਦੇ ਨੇ ਜਾਂ ਜਿਹੜੇ ਭਾਈ ਸਾਹਿਬ ਜੀ ਕਰਦੇ ਨੇ, ਇਹ ਅਸੀਂ ਅਗਿਆਨਤਾ ਵਸ ਕਰ ਰਹੇ ਹਾਂ। ਅਸੀਂ ਆਪਣੇ ਅਵਗੁਣਾਂ ਤੋਂ ਜਦੋਂ ਛੁੱਟਦੇ ਹਾਂ ਨਾ, ਅਵਗੁਣਾਂ ਦੇ ਸਾਨੂੰ ਬੰਧਨ ਪਏ ਹੋਏ ਨੇ। ਅਵਗੁਣਾਂ ਤੋਂ ਛੁੱਟਦੇ ਹਾਂ, ਇਹਨੂੰ ਕਹਿੰਦੇ ਨੇ ਬੰਦੀ ਛੋੜ। ਅਵਗੁਣਾਂ ਤੋਂ, ਔਰ ਜਦੋਂ ਅਵਗੁਣਾਂ ਤੋਂ ਛੁੱਟਦੇ ਹਾਂ, ਅਨੇਕਾਂ ਜੀਆਂ ਜਨਤਾ ਵਾਲੇ ਜੋ ਮੈਂ ਅਵਗੁਣ ਕਰਦਾ ਹਾਂ, ਉਹ ਅਵਗੁਣ ਕਰ ਕਰਕੇ ਮੈਨੂੰ ਰੱਜ ਨਹੀਂ ਹੋਇਆ, ਮੈਨੂੰ ਚੈਨ ਨਹੀਂ ਆਇਆ। ਉਸ ਅਵਸਥਾ ਨੂੰ ਕਹਿੰਦੇ ਨੇ ਹੋ ਆਇਆ ਦੂਰੋਂ ਚੱਲ ਕੇ। ਫਿਰ ਪ੍ਰਭ ਆਇਆ ਸਮਝ ਰਹੇ ਹਾਂ ਅਸੀਂ। ਦੂਰੋਂ ਚੱਲ ਕੇ ਦਾ ਮਤਲਬ ਕੀ ਹੈ? ਮੈਂ ਕਦੇ ਕੁੱਤੇ ਵਾਲਾ ਜੀਵਨ ਜੀਂਦਾ, ਕਦੇ ਬਿੱਲੀ ਵਾਲਾ, ਕਦੇ ਸੱਪ ਵਾਲਾ, ਕਦੇ ਸਾਂਡ ਵਾਲਾ, ਕਦੇ ਕਾਵੜਨੈਸ ਵਾਲਾ। ਇਹਨੂੰ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜਿਉ। ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ। ਦੁੱਖ ਹੈ ਨਹੀਂ ਹੈ ਮੇਰੇ ਬੱਚੇ ਦਾ ਰਿਸ਼ਤਾ ਨਹੀਂ ਹੁੰਦਾ, ਦੁੱਖ ਹੈ ਨਹੀਂ ਹੈ ਕਿ ਸਾਡਾ ਲੋਨ ਪੂਰਾ ਨਹੀਂ ਹੋਇਆ, ਦੁੱਖ ਹੈ ਨਹੀਂ ਹੈ ਕਿ ਨੌਕਰੀ ਨਹੀਂ ਲੱਗੀ, ਦੁੱਖ ਹੈ ਨਹੀਂ ਹੈ ਕਿ ਘਰ ਕੋਈ ਬਿਮਾਰ ਹੈ। ਦੁੱਖ ਕੀ ਹੈ? ਮੈਂ ਅਵਗੁਣੀ ਜੀਵਨ ਜੀਂਦਾ। ਮੈਨੂੰ ਪੂਰੀ ਆਸ ਹੈ ਕਿ ਤੁਸੀਂ ਮੈਨੂੰ ਮੁਕਤ ਕਰਾ ਸਕਦੇ ਹੋ। ਅਨੇਕ ਰਾਜ ਭੋਗ ਵਡਿਆਈ, ਮੈਨੂੰ ਅਨੇਕਾਂ ਰਾਜ ਔਰ ਭੋਗ ਇਹ ਵਡਿਆਈਆਂ ਦੇ ਬਦਲੇ ਨਾ ਹਰ ਕੇ ਨਾਮ ਕੀ ਕਥਾ ਮਨ ਪਾਈ, ਮੈਨੂੰ ਤੁਸੀਂ ਸੁਮਤ ਬਖਸ਼ੋ ਪਸੰਦ ਆਉਂਦੀ ਹੈ। ਬਹੁ ਭੋਜਨ ਕਾਪੜ ਸੰਗੀਤ, ਮੈਨੂੰ ਬਹੁਤੇ ਕਿਸਮਾਂ ਦਾ ਭੋਜਨ ਨਹੀਂ ਚਾਹੀਦਾ, ਕੱਪੜੇ ਨਹੀਂ ਚਾਹੀਦੇ, ਸੰਗੀਤ ਨਹੀਂ ਚਾਹੀਦਾ। ਮੈਨੂੰ ਤੇ ਰਸਨਾ ਜਪਤੀ ਹਰ ਨੀਤ, ਮੈਨੂੰ ਪਲ ਪਲ ਤੁਹਾਨੂੰ ਯਾਦ ਰੱਖਣ ਦੀ ਅਕਲ ਆਵੇ। ਭਲੀ ਸੋ ਕਰਨੀ ਸ਼ੋਭਾ ਤਨਵੰਤ, ਮੈਨੂੰ ਸੁਮਤ ਬਖਸ਼ੋ, ਮੈਂ ਤੁਹਾਡੇ ਇੱਥੇ ਦਰ 'ਤੇ ਆਇਆ। ਮੈਨੂੰ ਭਲੀ ਸੁਕਰਨੀ ਸਮਝਾਓ, ਚੰਗੀ ਕਿਰਤ ਸਮਝਾਓ, ਮੇਰੀਆਂ ਡੀਡਸ ਅੱਛੀਆਂ ਕਰੋ। ਸ਼ੋਭਾ ਤਨ ਹਿਰਦੇ ਵਸਿਆ ਪੂਰਨ ਗੁਰਮੰਤ, ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਜੀ ਗੁਰਮੰਤ ਵਸ ਜਾਂਦਾ ਹੈ, ਉਹ ਇੱਥੋਂ ਗੁਰ ਨਹੀਂ ਕਰਦੇ ਨੇ, ਉਹਨਾਂ ਦੀ ਭਲੀ ਸੁਕਰਨੀ ਹੋ ਜਾਂਦੀ ਹੈ। ਸਾਧ ਸੰਗ ਪ੍ਰਭ ਦਿਓ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਉਹਨਾਂ ਨੂੰ ਪ੍ਰਗਾਸ ਹੋ ਜਾਂਦਾ ਹੈ। ਇਹਦਾ ਮਤਲਬ ਸ਼ਲੋਕ ਦੀ ਗੱਲ 8ਵੇਂ ਪਦ ਵਿੱਚ ਹੁੰਦੀ ਹੈ। ਔਰ ਗੁਰੂ ਸਾਹਿਬ ਨੇ ਕਿਹਾ ਜਦੋਂ ਸਤਿਗੁਰ ਦੀ ਮੱਤ ਲੈ ਲੈਂਦੇ ਨੇ ਤਾਂ ਐਸੇ ਵਾਲਾ ਜੀਵਨ ਬਣ ਜਾਂਦਾ ਹੈ। ਇਤਨੀਆਂ ਵਿਚਾਰਾਂ ਕਰਦਿਆਂ ਹੋਇਆ ਮੇਰਾ ਸਮਾਂ ਹੋ ਗਿਆ, ਮੈਂ ਖਿਮਾ ਜਾ ਚੁੱਕਾ। ਅਸੀਂ 9:35 ਤੇ ਸ਼ੁਰੂ ਕੀਤਾ ਸੀ, 9:35 ਤੇ ਅਸੀਂ ਸਮਾਪਤ ਕਰ ਰਹੇ ਹਾਂ 8:35 ਤੇ। ਇਹ ਪੁਸਤਕ ਅਸੀਂ ਮੇਰੇ ਵੀਰ ਅਮਰਜੀਤ ਸਿੰਘ ਜੀ ਨੇ ਸਾਂਝ ਕੀਤੀ ਸੀ। ਅਸੀਂ ਇਹ ਪੁਸਤਕ 550 ਸਾਲਾਂ ਤੇ ਸਾਰੀ ਸਿੱਖ ਕੌਮ ਤੋਂ ਇਲਾਵਾ ਪੂਰੇ ਵਰਲਡ ਵਿੱਚ ਲੋਕਾਂ ਨਾਲ ਸਾਂਝ ਕਰਨਾ ਚਾਹੁੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ। ਇਸ ਕਰਕੇ ਇਹਨੂੰ ਅਸੀਂ ਪਰਪਸਲੀ ਛੋਟੀ ਜੀ ਹੈਂਡੀ ਬਣਾਇਆ। ਜੇ ਕਦੀ ਕੋਈ ਟ੍ਰੇਨ ਤੇ ਕਾਰ ਤੇ ਜਾ ਰਿਹਾ ਹੈ 20 ਮਿੰਟਾਂ 'ਚ ਇਸ ਨੂੰ ਪੜ੍ਹ ਸਕਦਾ ਹੈ। ਅਸੀਂ ਇਸ ਪੁਸਤਕ ਨੂੰ ਹਿੰਦੀ, ਇੰਗਲਿਸ਼, ਪੰਜਾਬੀ 'ਚ ਬਣਾਇਆ। ਸਾਡਾ ਇੱਕ ਬੱਚਾ ਜਰਮਨੀ ਰਹਿੰਦਾ ਸਿਮਰ, ਉਹ ਕਹਿੰਦਾ ਵੀਰ ਜੀ ਮੈਂ ਇਹਨੂੰ ਜਰਮਨ ਵਿੱਚ ਟਰਾਂਸਲੇਟ ਕਰਾਂਗਾ, ਉਹਨੂੰ ਜਰਮਨ ਲੈਂਗੁਏਜ ਆਉਂਦੀ ਹੈ। ਸਪੈਨਿਸ਼ ਵਿੱਚ ਇੱਕ ਬੱਚਾ ਕਰੇਗਾ ਔਰ ਇੱਕ ਬੱਚਾ ਸਪੈਨਿਸ਼ ਵਿੱਚ ਕਰਦਿਆਂ ਹੋਇਆਂ ਚਿਲੀ, ਗੁਆਟੇਮਾਲਾ ਔਰ ਅਰਜਨਟੀਨਾ ਔਰ ਉੱਥੇ ਤੱਕ ਪਹੁੰਚਾਉਣ ਦਾ ਯਤਨ ਕਰੇਗਾ। ਇਹਦੇ ਵਾਸਤੇ ਮੇਰੇ ਵੀਰ ਅਮਰਜੀਤ ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਗਿਆਨੀਜ਼ ਆਈਸਕ੍ਰੀਮ ਤੋਂ ਜਾਣਦੇ ਹਾਂ, ਉਹਨਾਂ ਨੇ ਇਸ ਨੂੰ ਸਪਾਂਸਰ ਕੀਤਾ ਸੀ। ਜੇ ਤੁਸੀਂ ਇਸ ਦੇ ਫੰਡ ਦੇ ਅੰਦਰ ਕੁਝ ਸਾਂਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਫੰਡ ਦੇ ਨਾਲ ਕੰਟਰੀਬਿਊਟ ਕਰ ਸਕਦੇ ਹੋ। ਜੇ ਤੁਸੀਂ ਨਹੀਂ ਕੰਟਰੀਬਿਊਟ ਕਰਨਾ ਤਾਂ ਇਹ ਪੁਸਤਕ ਤੁਸੀਂ ਫ੍ਰੀ ਆਪਣੇ ਘਰ ਲਿਜਾ ਸਕਦੇ ਹੋ। ਜੇ ਤੁਸੀਂ ਲਿਵਿੰਗ ਟ੍ਰੈਜਰ ਦੇ ਅੰਦਰ ਇਸ ਦੇ ਫੰਡਸ ਕ੍ਰੀਏਟ ਕਰੋ ਤਾਂ ਅਸੀਂ ਇਸ ਨੂੰ ਹੋਰ ਛਾਪ ਕੇ
ਹਰ ਦੁਨੀਆ ਦੇ ਮਨੁੱਖ ਨੂੰ ਦੇਣਾ ਚਾਹੁੰਦੇ ਹਾਂ। ਦੁਨੀਆ ਭਰ ਦੇ ਹਰ ਹੋਟਲ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਅਸੀਂ ਇਸ ਪੁਸਤਕ ਨੂੰ। ਦੁਨੀਆ ਭਰ ਦੇ ਹੋਟਲਾਂ ਤੋਂ, ਰੈਸਟੋਰੈਂਟਸ ਤੋਂ ਲੈ ਕੇ ਹਰ ਟੈਕਸੀ ਡਰਾਈਵਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਇਸ ਦੇ ਨਾਲ ਦੁਨੀਆ ਭਰ ਦੇ ਜਿੰਨੇ ਟੂਰਿਜ਼ਮ ਦੇ ਗਾਈਡਸ ਹੁੰਦੇ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਸੋਚ ਰਹੇ ਹਾਂ ਕਿ ਗੁਰੂ ਨਾਨਕ ਦੀ ਗੱਲ ਲੋਕਾਂ ਨੂੰ ਪਤਾ ਲੱਗ ਸਕੇ। ਗੁਰੂ ਨਾਨਕ ਸਾਹਿਬ ਨਹੀਂ ਕਹਿ ਰਹੇ ਨੇ 24 ਘੰਟੇ ਕੀਰਤਨ ਹੀ ਕਰਦੇ ਰਹੋ ਵਾਜੇ 'ਤੇ। ਗੁਰੂ ਨਾਨਕ ਸਾਹਿਬ ਨਹੀਂ ਕਹਿ ਰਹੇ ਨੇ ਕਿ 101 ਅਖੰਡ ਪਾਠ ਰੱਖ ਲਓ। ਗੁਰੂ ਨਾਨਕ ਸਾਹਿਬ ਨਹੀਂ ਕਹਿ ਰਹੇ ਨੇ ਕਿ ਤੁਸੀਂ ਵਧੀਆ ਵਧੀਆ ਕੀਮਤੀ ਰੁਮਾਲੇ ਪਾਉਂਦੇ ਰਹੋ ਔਰ ਕਿਸੇ ਗਰੀਬ ਦਾ ਧਿਆਨ ਨਾ ਰੱਖੋ। ਗੁਰੂ ਨਾਨਕ ਸਾਹਿਬ ਨਹੀਂ ਕਹਿ ਰਹੇ ਨੇ ਕਿ ਤੁਸੀਂ ਸੰਗਮਰਮਰ ਦੇ ਔਰ ਸੋਨੇ ਦੇ ਗੁਰਦੁਆਰੇ ਬਣਾ ਲਓ। ਤਾਂ ਇਹ ਤਾਂ ਪ੍ਰੈਕਟਿਸ ਸਿੱਖ ਕਰ ਰਹੇ ਨੇ, ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਹੀ ਨਹੀਂ। ਤਾਂ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਅਸੀਂ ਇਸ ਪੁਸਤਕ ਰਾਹੀਂ ਸਾਂਝ ਕਰਨ ਦੀ ਕੋਸ਼ਿਸ਼ ਕਰ ਰਹੇ। ਇਸ ਦਾ ਨਾਂ ਰੱਖਿਆ ਮਨੁੱਖਤਾ ਦੇ ਭਲੇ ਲਈ ਸਤਿਗੁਰ। ਸੋ ਸਾਡੇ ਹਿਰਦੇ ਵਿੱਚ ਚਾਨਣ ਹੋ ਸਕੇ, ਇਸ ਨੂੰ ਪੜ੍ਹੋ। ਇਸ ਦੇ ਅੰਦਰ ਅਸੀਂ ਸਲਾਈਡਸ ਫਾਰਮ ਨੂੰ ਪੁਸਤਕ ਫਾਰਮ ਵਿੱਚ ਬਣਾਇਆ ਹੈ, ਪਰ ਤੁਸੀਂ ਇਹਦੀਆਂ ਸਲਾਈਡਸ ਬਣਾ ਕੇ ਆਪਣੇ ਘਰਾਂ ਵਿੱਚ, ਆਪਣੇ ਸਕੂਲਾਂ ਵਿੱਚ, ਆਪਣੇ ਕਾਲਜਿਸ ਵਿੱਚ ਇਸ ਦੇ ਨਾਲ ਸੈਮੀਨਾਰਸ ਵੀ ਕਰ ਸਕਦੇ ਹੋ। ਸੋ ਅਸੀਂ ਇਹ ਪੁਸਤਕ ਨੂੰ ਪਹਿਲਾਂ ਇੰਗਲਿਸ਼ ਵਿੱਚ ਆਸਟ੍ਰੇਲੀਆ, ਸਿਡਨੀ ਵਿੱਚ ਆਸਟ੍ਰੇਲੀਅਨ ਗੌਰਮੈਂਟ ਦੇ ਮਿਨਿਸਟਰਸ ਆਏ ਸੀ, ਉਹਨਾਂ ਦੇ ਸਾਹਮਣੇ ਇੰਟਰਫੇਥ ਦੀ ਸਾਂਝ ਕੀਤੀ ਗਈ ਸੀ। ਇਸੀ ਸਾਲ ਵਿੱਚ ਸਾਨੂੰ ਬੁਲਾਇਆ ਸੀ ਤਾਂ ਮੈਂ ਉੱਥੇ ਇਸ ਪੁਸਤਕ ਨੂੰ ਇੰਗਲਿਸ਼ ਵਿੱਚ ਉਹਨਾਂ ਨਾਲ ਸਾਂਝ ਕੀਤਾ ਸੀ। ਔਰ ਉਹਨਾਂ ਦੇ ਮਿਨਿਸਟਰ ਨੇ ਕਿਹਾ ਸੀ ਕਾਸ਼ ਇਹ ਵਾਲੀ ਗੁਰੂ ਨਾਨਕ ਸਾਹਿਬ ਦੀ ਗੱਲ ਆਸਟ੍ਰੇਲੀਅਨ ਪਾਰਲੀਮੈਂਟ ਦੇ ਅੰਦਰ ਲੈਕਚਰ ਦਿੱਤਾ ਜਾਵੇ। ਇਹਦਾ ਮਤਲਬ ਗੁਰੂ ਨਾਨਕ ਸਾਹਿਬ ਦੀਆਂ ਕੋਈ ਵਿਲੱਖਣ ਗੱਲਾਂ ਉਹਨਾਂ ਨੂੰ ਪਤਾ ਲੱਗੀਆਂ ਹੋਣੀਆਂ, ਵਰਨਾ ਤੇ ਅਸੀਂ ਨਗਰ ਕੀਰਤਨ ਔਰ ਪ੍ਰਭਾਤ ਫੇਰੀ 'ਚ ਮਸਤ ਹਾਂ। ਅਸੀਂ ਤੇ ਲੰਗਰ ਵਰਤਾਉਣ 'ਚ ਮਸਤ ਹਾਂ। ਲੰਗਰ ਵਰਤਾਉਣਾ ਹੈ, ਲੇਕਿਨ ਲੰਗਰ ਵਰਤਾਉਂਦਿਆਂ ਹੋਇਆਂ, ਗੁਰਦੁਆਰਿਆਂ ਦੀਆਂ ਸੇਵਾਵਾਂ ਕਰਦਿਆਂ ਹੋਇਆਂ ਵੀ ਸਾਨੂੰ ਗੁਰੂ ਨਾਨਕ ਦੀ ਗੱਲ ਉਜਾਗਰ ਕਰਨੀ ਪਏਗੀ ਕਿ ਗੁਰੂ ਨਾਨਕ ਸਾਹਿਬ ਬਾਣੀ ਵਿੱਚ ਕੀ ਕਹਿੰਦੇ ਨੇ, ਕਹਾਣੀਆਂ ਵਿੱਚ ਨਹੀਂ, ਇਤਿਹਾਸ ਵਿੱਚ ਨਹੀਂ, ਬਾਣੀ ਵਿੱਚ ਗੁਰੂ ਸਾਹਿਬ ਕੀ ਕਹਿੰਦੇ ਨੇ, ਉਹ ਕਨਸੈਪਟਸ ਲੋਕਾਂ ਦੇ ਸਾਹਮਣੇ ਰੱਖਣੇ ਪੈਣਗੇ। ਅੱਜ ਅਮਰੀਕਾ ਜੈਸੀ ਜਗ੍ਹਾ ਰਾਤ ਨੂੰ 2-2, 3-3 ਘੰਟੇ ਮਹਿੰਗੇ ਪ੍ਰੋਗਰਾਮ ਟੀਵੀ ਟੈਲੀਕਾਸਟ ਹੁੰਦੇ ਨੇ, ਜਿਹਦੇ ਵਿੱਚ ਗੋਰੇ ਬਹਿਸਾਂ ਕਰਦੇ ਨੇ ਲਾਈਫ ਆਫਟਰ डेथ, स्वर्ग होता है कि नहीं, हेल हेवन होता है कि नहीं, और कैसे मुक्ति होती है कि नहीं, और रीइनकारनेशन होती है कि नहीं, ऐसियां बहसां करते हैं। गुरु नानक साहब कहते ने डैथ तो बाद कोई कुछ नहीं दस सकता। एक दज्जा एक दबिया, एक ना कुत्ते खाएं, एक पानी में चुसटियाँ, एक पीफी रसण पाएँ, नानक एक ना जापे कित्थे जाए समाए। कोई दुनिया का इंसान नहीं बता सकता मरने के बाद कौन कहाँ जाता है, कोई नहीं दस सकता। असी गुरुद्वारे ही खड़े होकर कहते हैं जड़ा मर गया गुरपुर वासी कोई गुरपुर कोई जगह है, सचखंड वासी अब चल नगर। असी कैसे कैसे ना रखे ने साध संगत जी, असी गुरमत तो बड़ी दूर जा चुके हुए हैं। हुण हाई टाइम है, असी जितनियां सेवावां कर रहे हैं, मैं नहीं कहता वो सेवा ना करो, तुसी जो मर्जी सेवा करो, पर गुरु नानक साहब जी दी बाणी दे कॉन्सैप्ट दियां गल्लां साझ करनियां। हाँ जी, ਅਸੀਂ अपने टॉपिक ਨੂੰ कनक्लूड कर लीए। श्लोक ਨੂੰ एक बारी गायन कर लेंदे, उस तो बाद ਜਿਹੜਾ सवाल आया मैं उसकी साझ करना। फिरत फिरत प्रभ आया, फिरत फिरत प्रभ आया, परया तो शरणा, परया तो फिरत फिरत प्रभ आया, फिरत फिरत प्रभ, फिरत फिरत प्रभ, फिरत फिरत प्रभ आया। एक सवाल आया कि ਅਸੀਂ ਬ੍ਰਹਮ ਗਿਆਨ ਦੇ ਵਿਚਾਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨ ਵਿੱਚ ਵਿਚਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਲੈ ਕੇ ਬ੍ਰਹਮ ਗਿਆਨੀ ਬਣ ਸਕਦੇ। फिर सवाल की है
ਅਲਟੀਮੇਟਲੀ ਸਾਡੇ ਹਰ ਕਿਸੇ ਦੇ ਮਨ ਨੇ ਇਹ ਸੁਮਤ ਲੈਣੀ ਹੈ ਔਰ ਉਸਨੇ ਬ੍ਰਹਮ ਦਾ ਗਿਆਨ ਪ੍ਰਾਪਤ ਕਰਨਾ ਹੈ। ਬ੍ਰਹਮ ਦਾ ਗਿਆਨ ਕੀ ਹੈ? ਆਪਣੇ ਅਵਗੁਣਾਂ ਬਾਰੇ ਸਮਝ ਆਣਾ ਔਰ ਅਵਗੁਣ ਛੱਡ ਕੇ ਗੁਣਾਂ ਵੱਲ ਵਧਣਾ। पर असी किसका नाम ब्रह्म ज्ञानी रखा है? सोकड़ पुराने वाला नाम ब्रह्मचारी से ब्रह्म ज्ञानी वो असी रखा है। इन्होंने शादी नहीं कराई है, ये स्त्री को हाथ नहीं लगाते हैं, ये पैसे को हाथ नहीं लगाते हैं, ये एक चोला पहनते हैं, इनके बथेरे चेले हैं, ये घर में नहीं रहते हैं। उन्होंने ना असी ब्रह्मचारी ब्रह्म ज्ञान रखे, ब्रह्म ज्ञानी रखा है। अगला सवाल है जी, सेवा without milk bath on Saturday, etc. Otherwise is heaven, right? की सेवा दूसरे शब्दों ਦੇ ਵਿੱਚ ठीक है, जैसे ही दूध ਦੇ ਨਾਲ ਤੋਂ ਜਿਹੜੇ ਧੋਂਦੇ ਆ ਉਸ ਤੋਂ ਇਲਾਵਾ ਜਿਹੜੀ ਸੇਵਾ ਕਰਦੇ ਆ ਉਹ ठीक है, बेस्ट प्रैक्टिस है। सबसे ऊपर गुर शब्द विचार, गुर की सेवा शब्द विचार होती है। ਤੁਸੀਂ ਥੜੇ ਧੋਂਦੇ ਹੋ ਪਾਣੀ ਨਾਲ ਜਾਂ ਦੁੱਧ ਨਾਲ, ਮੈਂ ਮਨਾ ਨਹੀਂ ਕਰ ਸਕਦਾ। ਤੁਸੀਂ ਸ਼ਨੀਚਰਵਾਰ ਛੋਲੇ ਵਰਤਾਉਂਦੇ ਹੋ, ਮੈਂ ਮਨਾ ਨਹੀਂ ਕਰ ਸਕਦਾ। ਤੁਸੀਂ ਅਨੇਕਾਂ ਕਿਸਮਾਂ ਦਾ ਲੈਵਿਸ਼ ਲੰਗਰ ਕਰਦੇ ਹੋ, ਮੈਂ ਮਨਾ ਨਹੀਂ ਕਰ ਸਕਦਾ। ਤੁਸੀਂ ਨਗਰ ਕੀਰਤਨ ਕੱਢਦੇ ਹੋ, ਪ੍ਰਭਾਤ ਫੇਰੀ ਕੱਢਦੇ ਹੋ, ਮੈਂ ਮਨਾ ਨਹੀਂ ਕਰ ਸਕਦਾ। ਪਰ ਮੈਂ ਇਤਨੀ ਬੇਨਤੀ ਕਰ ਸਕਦਾ ਕਿ ਅਸਲ ਵਿੱਚ ਸੇਵਾ ਹੁੰਦੀ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ। ਤੁਸੀਂ ਜੋ ਕਰਨਾ ਹੈ ਕਰੋ, ਉਸ ਨੂੰ ਕੰਡੈਮ ਨਹੀਂ ਕੀਤਾ ਜਾ ਰਿਹਾ। पर असलियत साथ सेवा की सफल है जित सतगुर का मन मनना है। जहाँ सतगुर का मन मन्या, मन की होता है सुनेहा मैसेज, सतगुर का फलसफा। जहाँ सतगुर का मन मन्या तो पाप का संबल पन्ना है। पाप का संबल होता है बैड हैबिट्स, एटीट्यूड ठीक हो जाता है। मैं लंगर वरतावा लोगों को गुस्से नाल डील करा, मैं पैसा दान कर दिया और मैं शराब पियाँ। इस तरीके ਦੇ ਨਾਲ ਅਸੀਂ ਦੁਨੀਆ ਭਰ ਦੇ ਅਨੇਕਾਂ ਕੰਮ ਕਰ ਕਰਕੇ ਉਹਨਾਂ ਨੂੰ ਸੇਵਾ ਸਮਝ ਰਹੇ ਹਾਂ। ਆਪਣਾ ਪਾਪ ਕਸਮਲ ਭੰਨਿਆ ਹੋਇਆ ਹੀ ਨਹੀਂ। ਪਾਪ ਕਸਮਲ ਤਾਂ ਹੋਏਗਾ ਸਾਹ ਸੇਵਾ ਕੀਤੀ ਸਫਲ ਹੈ ਜਿਸ ਸਤਿਗੁਰ ਕਾ ਮਨ ਮਨ, ਜਦੋਂ ਸਤਿਗੁਰ ਦੀ ਮੱਤ ਲਵਾਂਗੇ। ਸੋ ਐਕਚੁਅਲ ਸੇਵਾ ਇਜ਼ ਦੈਟ। ਐਕਚੁਅਲ ਸੇਵਾ ਇਜ਼ ਨਹੀਂ ਤੁਸੀਂ ਦੁੱਧ ਲੈ ਆਏ ਔਰ ਥੜੇ ਧੋ ਲਏ, ਤੁਸੀਂ ਪਾਣੀ ਲੈ ਆਏ ਔਰ ਥੜੇ ਧੋ ਲਏ। दूध ਤਾਂ ਬਚਰੇ ਥਨੋਂ ਬਟਾ ਰਹੇ ਹੋ, ਦੁੱਧ ਸੁੱਚਾ ਨਹੀਂ ਹੈ। ਅਲਟੀਮੇਟਲੀ ਆਪਾ ਸਰੈਂਡਰ ਕਰਨਾ ਪਵੇਗਾ। ਅਸੀਂ ਆਪਣੇ ਅਗਿਆਨੀ ਮਨ ਨੂੰ ਸੁਮਤ ਬਖਸ਼ਣੀ ਹੈ, ਉਹਨੂੰ ਬ੍ਰਹਮ ਦਾ ਗਿਆਨ ਦੇਣਾ ਹੈ।